पैसा ਉਹੀ ਜਿਹੜਾ ਕੌਮ ਦੇ ਕੰਮ ਆ ਸਕੇ, ਜਿਹੜਾ ਤੁਸੀਂ ਖਰਚ ਕਰ ਸਕੋ। ਜਿਹੜੀਆਂ ਚੀਜ਼ਾਂ ਤੁਸੀਂ ਐਫਡੀ ਦੇ ਵਿੱਚ ਬੰਦ ਕਰਕੇ ਰੱਖਣੀਆਂ ਨੇ, ਉਸ ਤੋਂ ਬਿਹਤਰ ਹੈ ਕਿ ਤੁਸੀਂ ਆਪਣੇ ਇੰਸਟੀਚਿਊਟ ਪੈਦਾ ਕਰੋ। ਸਾਨੂੰ ਮੀਰੀ ਪੀਰੀ ਦਾ ਸਿਧਾਂਤ ਸਮਝਾ ਦਿਆ ਗਿਆ। ਉਹ ਰਾਜਨੀਤੀ ਨੇ ਸਿੱਖਿਆ ਲੈਣੀ ਸੀ, ਉੱਥੋਂ ਗਾਈਡਲਾਈਨਸ ਲੈਣੀ ਸੀ, ਉਹ ਬੰਦ ਹੋ ਗਈ। ਆਰਐਸਐਸ ਇਲੈਕਸ਼ਨ ਨਹੀਂ ਲੜਦੀ, ਬੀਜੇਪੀ ਨੂੰ ਇਲੈਕਸ਼ਨ ਲੜਵਾਉਂਦੀ ਹੈ। ਜਿਹਨੇ ਇਲੈਕਸ਼ਨ ਲੜਨੀ ਉਹਨੂੰ ਆਰਐਸਐਸ ਛੱਡਣੀ। ਧਰਮ ਦੀ ਅਗਵਾਈ ਪਿੱਛੇ ਉਹ ਕਰ ਰਹੀ ਹੈ, ਰਾਜਨੀਤੀ ਨੂੰ ਵੀ ਰਾਹ ਦੇ ਰਹੀ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਨੂੰ ਸਲਾਹ ਦੇ ਰਹੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਪਾਰਟੀ ਧਰਮ ਦੀ ਨੂੰ ਗਾਈਡਲਾਈਨ ਕਰੇਗੀ, ਉੱਥੇ ਫਿਰ ਅਕਾਲ ਤਖਤ ਦਾ ਜਥੇਦਾਰ ਕੀ ਹੋਏਗਾ? ਉਹ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਬਾਉਂਡ ਹੋ ਹੀ ਜਾਏਗਾ। ਜਿਤਨੀ ਆਰਐਸਐਸ ਬੀਜੇਪੀ ਦੀ ਪਾਲਿਸੀ ਹੈ, ਉਹ ਧਰਮ ਤੋਂ ਆਧਾਰਿਤ ਰਾਜਨੀਤੀ ਨੂੰ ਹੈ, ਉਹ ਬੀਜੇਪੀ ਉੱਥੇ ਚਲਾ ਰਹੀ ਜੇ, ਤੁਸੀਂ ਨਹੀਂ ਚਲਾ ਪਾ ਰਹੇ। ਇਹ ਤਾਂ ਨਹੀਂ ਹੈ ਗਲੀ ਮੁਹੱਲੇ ਚੋਂ ਕਿਹੜਾ ਵੀ ਹੋਇਆ, ਹਾਂ ਬਈ ਪੈਸੇ ਲੜ ਸਕਦਾ, ਲੜ ਲੈਂਗਾ ਉਹਦੇ ਨਾਲ, ਤੇ ਕੋਲ ਪੈਸੇ ਆ ਰਹੇ, ਇਹ ਸਾਡਾ ਕ੍ਰਾਈਟੇਰੀਆ। ਇਸ ਕ੍ਰਾਈਟੇਰੀਆ ਦੇ ਮੁਤਾਬਕ ਅਸੀਂ ਬੰਦੇ ਖੜੇ ਕਰਦੇ ਹਾਂ। ਘੱਟੋ ਘੱਟ ਇੱਕ ਕ੍ਰਾਈਟੇਰੀਆ ਦਾ ਕੋਈ ਜਪਜੀ ਸਾਹਿਬ ਪਹਿਲੇ ਸੁਣਾ ਦਿਓ, ਤੁਹਾਡੀ 90% ਸਮੱਸਿਆ ਸੋਲਵ ਹੋ ਜਾਏਗੀ। ਕਾਂਸ਼ੀ ਰਾਮ ਬੜੀ ਵਧੀਆ ਗੱਲ ਕਹਿੰਦਾ ਸੀ, ਕਹਿੰਦਾ ਪਹਿਲੀ ਇਲੈਕਸ਼ਨ ਹਾਰਨ ਵਾਸਤੇ ਹੁੰਦੀ, ਦੂਜੀ ਇਲੈਕਸ਼ਨ ਹਰਵਾਉਣ ਵਾਸਤੇ ਹੁੰਦੀ, ਤੇ ਤੀਜੀ ਇਲੈਕਸ਼ਨ ਜਿੱਤਣ ਵਾਸਤੇ। ਜਿਹੜੀਆਂ ਟੈਸਟ ਪਹਿਲੇ ਹੁੰਦੇ ਸੀਗੇ, ਤੁਸੀਂ ਆਪਣੇ ਆਪ ਨੂੰ ਨਵੇਕਲਾ ਸਿਸਟਮ ਪੈਦਾ ਕੀਤਾ। ਆਏ ਸੈਲੂਟ ਟੂ ਰਜੌਰੀ ਗਾਰਡਨ ਪੀਪਲ ਜਿਨ੍ਹਾਂ ਨੇ ਡਾਇਲਿਸਿਸ ਵਾਲਾ ਕੰਮ ਸ਼ੁਰੂ ਕੀਤਾ। ਇਹ ਹੈ ਡਿਫਰੈਂਟ ਕੰਮ। ਇੱਕ ਹੋਮਿਓਪੈਥਿਕ ਡਿਸਪੈਂਸਰੀ ਕਿਸੇ ਗੁਰਦੁਆਰੇ 'ਚ ਖੋਲ੍ਹ ਲੈਣੀ, ਔਰ ਉਸ ਨੂੰ ਕਹਿਣਾ ਕਿ ਦੇਖੋ ਯਾਰ ਅੱਜ ਹੋਮਿਓਪੈਥੀ ਦੇ ਉੱਪਰ 50 ਤਰ੍ਹਾਂ ਦੇ ਹਰ ਜਗ੍ਹਾ ਤੇ ਬੈਠੇ ਹੋ। ਬੇਸਿਕਲੀ ਤੁਸੀਂ ਕਸਟੋਡੀਅਨ ਹੋ, ਤੁਸੀਂ ਮਾਲਕ ਨਹੀਂ ਹੋ, ਤੁਹਾਨੂੰ ਅਪਾਇੰਟ ਕੀਤਾ ਗਿਆ, ਤੇ ਤੁਸੀਂ ਸਭ ਤੋਂ ਪਹਿਲੇ ਦਰਦ ਸਮਝਣਾ ਲੋਕਾਂ। ਅੱਜ अगर लोग मर रहे हैं, आज अगर लोगों को जॉब नहीं है, आज अगर लोगों को दवाई नहीं है, तो दिस इज योर ड्यूटी टू पुल दैम। इस गल ਨੂੰ ਫੈਲਾਓ। ਉਹ ਗੁਰਮਤ ਦਾ ਕੋਰਸ ਜਾਣਨਾ ਜ਼ਰੂਰੀ ਹੈ। ਜਿੰਨੇ ਇਲੈਕਸ਼ਨ ਲੜਨੀ ਹੈ, ਪਹਿਲੇ ਉਹ ਕੋਰਸ ਲਏਗਾ, ਉਹਦੇ ਕੋਲ ਸਰਟੀਫਿਕੇਟ ਹੋਏਗਾ, ਤਾਂ ਉਹਨੂੰ ਪਾਰਟੀ ਟਿਕਟ ਦੇਗੀ। ਲੋ ਤਿੰਨੋਂ ਡਿਸੀਜਨ, ਤਦ ਪਤਾ ਚੱਲੇ ਨਾ ਕਿ ਤੁਸੀਂ ਗੁਰਮਤ ਦੇ ਖੜੇ ਹੋ। ਸਿੱਖ ਨਿਊਜ਼ ਐਕਸਪ੍ਰੈਸ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਸਾਡੇ ਨਾਲ ਨੇ ਸਰਦਾਰ ਦਰਸ਼ਨ ਸਿੰਘ ਜੀ, ਜੋ ਕਿ ਇੱਕ ਸਿੱਖ ਚਿੰਤਨ ਨੇ। ਗੁਰਮਤਿ ਕਲਾਸਾਂ ਦੇ ਵਿੱਚ, ਗੁਰਮਤਿ ਕੈਂਪਾਂ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਪਰ ਆਪਣੇ ਬਹੁਕੀਮਤੀ ਵਿਚਾਰ ਜਿਹੜੇ ਉਹ ਰੱਖਦੇ ਆਏ ਨੇ, ਤੇ ਨਾਲ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਐਕਟਿਵ ਰਹਿੰਦੇ ਨੇ। ਆਪਣੇ ਵਿਚਾਰ ਜਿਹੜੇ ਨੇ ਉਹ ਬੇਤੜਕ ਜਿਹੜੇ ਨੇ ਉਹ ਦਿੰਦੇ ਨੇ। ਤੇ ਅੱਜ ਸਿੱਖ ਨਿਊਜ਼ ਐਕਸਪ੍ਰੈਸ ਦੀ ਪੋਲ ਯਾਤਰਾ ਪਲੇਟਫਾਰਮ ਦੇ ਉੱਪਰ ਜਿਹੜਾ ਵਿਸ਼ਾ ਹੋਏਗਾ ਅੱਜ, ਉਹ ਇਹ ਹੈ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਉਹਨਾਂ ਚੋਣਾਂ ਦੇ ਵਿੱਚ ਮੁੱਦੇ ਕੀ ਨੇ, ਤੇ ਕੀ ਹਾਲਾਤ ਨੇ, ਤੇ ਕੀ ਹਾਲਾਤ ਬਣਦੇ ਨੇ, ਤੇ ਲੀਡਰ ਜਿਹੜੇ ਨੇ ਉਹ ਕਿਸ ਪ੍ਰਕਾਰ ਆਪਣੇ ਸਾਰੇ ਇਸ ਇਲੈਕਸ਼ਨ ਨੂੰ ਲੈ ਕੇ ਜਿਹੜੀਆਂ ਬਿਆਨਬਾਜ਼ੀਆਂ ਵੀ ਕਰਦੇ ਆ ਰਹੇ ਨੇ, ਤੇ ਉਹਨਾਂ ਦਾ ਕੀ ਨਤੀਜਾ ਨਿਕਲਦਾ, ਤੇ ਸੰਗਤ ਜਿਹੜੀ ਹੈ ਉਹ ਕਿਵੇਂ ਕਿਸ ਪ੍ਰਕਾਰ ਜਿਹੜੀ ਹੈ ਭੰਬਲ ਭੂਸੇ ਵਿੱਚ ਹੀ ਪੈਂਦੀ ਹੈ, ਤੇ ਸੰਗਤ ਦਾ ਨੁਕਸਾਨ ਕਿੰਨਾ ਕੁ ਹੁੰਦਾ, ਤੇ ਲੀਡਰਾਂ ਦਾ ਜਿਹੜਾ ਉਹ ਮੁਨਾਫਾ ਕਿੰਨਾ ਕੁ ਹੁੰਦਾ। ਇਹ ਸਾਰੇ ਵਿਚਾਰਾਂ ਜਿਹੜੀਆਂ ਅੱਜ ਵੀਰ ਜੀ ਕਰਨਗੇ। ਆਓ ਸਭ ਤੋਂ ਪਹਿਲਾਂ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਇਹ ਦੱਸੋ ਕਿ ਜਿਹੜਾ ਦਿੱਲੀ ਦੇ ਵਿੱਚ ਗੁਰਦੁਆਰਾ ਇਲੈਕਸ਼ਨ ਦੀਆਂ ਚੋਣਾਂ ਆ ਰਹੀਆਂ ਨੇ, ਉਸ ਦੇ ਵਿੱਚ ਉਸ ਤੋਂ ਪਹਿਲਾਂ ਆਪ ਜੀ ਕਿਵੇਂ ਵੇਖਦੇ ਹੋ, ਕਿਸ ਪਰਪਸ ਦੇ ਵਿੱਚ ਇਹ ਇਲੈਕਸ਼ਨਾਂ ਜਿਹੜੀਆਂ ਹੋ ਰਹੀਆਂ ਨੇ? ਇਹ ਬਿਹਤਰ ਹੋਵੇਗਾ ਜੇਕਰ ਤੁਸੀਂ ਪੁਆਇੰਟਸ ਚੱਲਦੇ ਜਾਓਗੇ ਨਾ, ਤੇ ਆਪਣੇ ਆਪ ਇੱਕ ਯਾਤਰਾ ਪੂਰੀ ਬਣਦੀ ਜਾਏਗੀ। ਤੇ ਤੁਸੀਂ ਹਰ ਟੌਪਿਕ ਤੇ ਆਉਂਦੇ ਜਾਓ, ਤੇ ਉਸ ਤੋਂ ਬਾਅਦ ਗੱਲ ਖੁੱਲਦੀ ਜਾਏਗੀ, ਕਿਉਂਕਿ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਚੀਜ਼ ਹੈ। ਅੱਛਾ ਭਾਈ ਸਾਹਿਬ ਜੀ ਇਹ ਦੱਸੋ ਕਿ ਆਪਾਂ ਜਿਹੜਾ ਗੁਰਦੁਆਰਾ ਚੋਣਾਂ ਦਾ ਮੇਨ ਮੁੱਦਾ ਕੀ ਹੋਣਾ ਚਾਹੀਦਾ, ਕਿਉਂਕਿ ਜਿਹੜੇ ਮੁੱਦੇ ਅਸੀਂ ਵੇਖ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ, ਉਹ ਇਹੀ ਆ ਰਹੇ ਨੇ ਕਿ ਗੋਲਕ ਲੁੱਟੀ ਗਈ ਹੈ, ਖਜ਼ਾਨਾ ਖਾਲੀ ਹੈ। ਕੋਈ ਕਹਿੰਦਾ ਮੈਂ ਖਜ਼ਾਨਾ ਭਰ ਕੇ ਗਿਆ ਸੀਗਾ, ਤੇ ਕੋਈ ਧਿਰ ਕਹਿੰਦੀ ਹੈ ਖਜ਼ਾਨਾ ਹੁਣ ਖਾਲੀ ਹੋ ਚੁੱਕਾ ਹੈ। ਕੋਈ ਧਿਰ ਕਹਿੰਦੀ ਹੈ ਕਿ ਜਿਹੜੇ ਖਜ਼ਾਨਾ ਭਰਿਆ ਹੋਇਆ ਸੀਗਾ ਉਹ ਦੇਣ ਦਾਣੀਆਂ ਇੰਨੀਆਂ ਸਨ ਸਕੂਲਾਂ ਦੀਆਂ, ਹੋਰ ਇੰਸਟੀਟਿਊਟਾਂ ਦੀ, ਕਿ ਸਾਨੂੰ ਜਿਹੜੇ ਕਰਜ਼ ਹੀ ਅਸੀਂ ਉਤਾਰਦੇ ਰਹੇ ਹਾਂ, ਖਜ਼ਾਨਾ ਖਾਲੀ ਹੈ। ਖਜ਼ਾਨੇ ਉੱਪਰ ਹੀ ਸਾਰੀ ਚੋਣ ਹੋ ਰਹੀ ਹੈ। ਇਹਦੇ 'ਚ ਕੀ ਹੈ ਕਿ ਜਿਹੜੀ ਧਰਮ ਦੀ ਜਿਹੜੀ ਬੁਨਿਆਦ ਹੈ ਨਾ, ਉਹ ਦਇਆ ਹੈ। ਕਿਸੇ ਵੀ ਧਰਮ ਦੀ ਬੁਨਿਆਦ ਦਇਆ ਹੈ, ਔਰ ਜਿਹੜੀ ਰਾਜਨੀਤੀ ਹੈ ਨਾ, ਉਹ ਧਰਮ ਤੋਂ ਸਿੱਖਿਆ ਲੈ ਕੇ ਚੱਲੇ। ਬੇਸਿਕਲੀ ਕੀ ਹੈ ਕਿ ਪ੍ਰਬੰਧਕ ਸ਼੍ਰੇਣੀ ਹੈ। ਤੁਸੀਂ ਪਹਿਲੇ ਗੱਲ ਤੇ ਸਮਝ ਕੇ ਚੱਲੋ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦਾ ਪ੍ਰਬੰਧ ਹੈ ਕਿ ਸਾਰੀ ਚੀਜ਼ਾਂ ਕਿਵੇਂ ਚੱਲ ਰਹੀਆਂ ਨੇ। ਔਰ ਸਿਸਟਮ ਇਹ ਹੈ ਕਿ ਤੁਸੀਂ ਬੇਸਿਕਲੀ ਪ੍ਰਬੰਧਕ ਚੁਣ ਰਹੇ ਹੋ, ਉਹ ਆਪਣੇ ਆਪ ਨੂੰ ਲੀਡਰ ਸਮਝ ਰਹੇ ਨੇ। ਪਹਿਲੇ ਤੇ ਲੋਕਾਂ ਦਾ ਦਿਮਾਗ 'ਚੋਂ ਡਾਊਟ ਕੱਢੋ ਕਿ ਜਿਹੜੀ ਤੁਸੀਂ ਪ੍ਰਬੰਧਕ, ਇੱਕ ਮੈਨੇਜਰਸ ਲੱਭ ਰਹੇ ਹੋ ਤੁਸੀਂ ਗੁਰਦੁਆਰਾ ਸਿਸਟਮ ਨੂੰ ਲੱਭਣ ਵਾਸਤੇ। ਮੈਨੇਜਰਸ ਹੀ ਹੈ ਨਾ, ਜਿਸ ਚੀਜ਼ ਦਾ ਪ੍ਰਬੰਧਨ ਕਮੇਟੀ ਹੈ, ਉਹਦੇ ਵਿੱਚ ਪ੍ਰਬੰਧ ਵਾਸਤੇ ਤੁਸੀਂ ਬੰਦੇ ਲੱਭ ਰਹੇ ਹੋ, ਉਹ ਲੀਡਰਸ ਕਿਵੇਂ ਹੋ ਗਏ? ਪਹਿਲੇ ਤਾਂ ਕੌਮ ਨੂੰ ਇਹ ਸਮਝਣ ਦੀ ਲੋੜ ਹੈ, ਤੁਸੀਂ ਚੁਣਦੇ ਪ੍ਰਬੰਧਕ ਹੋ, ਉਹ ਬਣਦੇ ਲੀਡਰ ਨੇ, ਇਸ ਕਰਕੇ ਤੁਹਾਨੂੰ ਮਿਸਲੀਡ ਕਰਦੇ ਨੇ। ਇੱਕ ਮੈਨੇਜਰ ਕੋਲੋਂ ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ ਕਿ ਕੌਮ ਨੂੰ ਲੀਡ ਕਰੇਗਾ? ਦੂਸਰੀ ਗੱਲ ਜਿਹੜੀ ਦਇਆ ਔਰ ਧਰਮ ਦੀ ਗੱਲ ਹੈ, ਐਕਚੁਅਲੀ 'ਚ ਕੀ ਹੈ ਕਿ ਜਿਹੜੀ ਇਹਨਾਂ ਨੇ ਸਿੱਖਿਆ ਲੈਣੀ ਸੀ ਧਰਮ ਤੋਂ, ਉਹ ਇਹਨਾਂ ਨੇ ਲੈਣੀ ਬੰਦ ਕਰਤੀ।
ਇਹਨਾਂ ਦੀ ਜਿਹੜੀ ਸੋਚ ਖੜੀ ਹੈ ਉਹ ਮਾਇਆ ਤੱਕ ਖੜੀ ਹੈ। ਮੈਨੂੰ ਯਾਦ ਹੈ, ਬੜੀ ਪੁਰਾਣੀ ਗੱਲ ਹੈ, ਧਰਮ ਪ੍ਰਚਾਰ ਕਮੇਟੀ ਦੀ ਮੈਂ ਇਸ ਮੀਟਿੰਗ ਵਿੱਚ ਗਿਆ ਤੇ ਉੱਥੇ ਇਹ ਹੋ ਰਿਹਾ ਸੀਗਾ ਗੱਲਬਾਤ ਕਿ ਬਾਹਰ ਦੀ ਜਿਹੜੀ ਦੁਕਾਨ ਹੈ ਉਹ ਘੱਟੇ ਤੇ ਚੱਲ ਰਹੀ ਹੈ ਜੀ, ਉਹਨੂੰ ਵਾਧੇ 'ਚ ਕਿਵੇਂ ਲਿਆਇਆ ਜਾਏ। ਜਦੋਂ ਹੁਣ ਤੁਸੀਂ ਇੱਕ ਗੱਲ ਸਮਝ ਕੇ ਚੱਲੋ, ਜਦੋਂ ਧਰਮ ਦੀਆਂ ਚੀਜ਼ਾਂ ਦੇ ਵਿੱਚ ਤੁਸੀਂ ਇਹ ਚੀਜ਼ ਬਾਚਣੀ ਸ਼ੁਰੂ ਕਰ ਦਿਓਗੇ ਨਾ, ਇਹ ਚੀਜ਼ ਸਾਡੀ ਨੁਕਸਾਨ ਦੀ ਹੈ। ਧਰਮ ਦੇ ਸਥਾਨ ਬਣੇ ਨੁਕਸਾਨ ਵਾਸਤੇ। ਪਹਿਲੀ ਗੱਲ ਤੇ ਇਹ ਸਮਝ ਲਓ, ਇਹ ਬੜੀ ਅਨੋਖੀ ਗੱਲ ਹੈ। ਧਰਮ ਸਥਾਨ ਬਣੇ ਅਨੋਖੇ ਲੋਕਾਂ ਵਾਸਤੇ ਬਣੇ, ਲੋਕਾਂ ਦਾ ਪੈਸਾ ਲੋਕਾਂ ਨੂੰ ਹੀ ਜਾਣਾ, ਵਿੱਚ ਤੁਸੀਂ ਮੀਡੀਏਟਰ ਹੋ। ਜਿਹੜੀ ਤੁਸੀਂ ਇੱਥੋਂ ਚੀਜ਼ ਲੈਣੀ ਹੈ ਤਾਂ ਉੱਥੇ ਦੇਣੀ ਹੈ। ਤੇ ਇਸ ਗੱਲ ਨੇ ਇਹ ਗੱਲ ਤੁਸੀਂ ਸਮਝ ਕੇ, ਗੁਰੂ ਸਾਹਿਬ ਨੇ ਜਦੋਂ ਚੀਜ਼ ਵਸਾਈ ਹੈ, ਗੁਰੂ ਸਾਹਿਬ ਨੇ ਇਹ ਗੱਲ ਆਦੀ ਹੈ ਨਾ, ਫਿਰ ਹੁਣ ਕਿਸੇ ਪ੍ਰਧਾਨ ਨਾਲ ਗੱਲਬਾਤ ਕਦੋਂ ਕਹਿੰਦਾ ਮੈਨੂੰ ਧਰਮ ਦੀ ਜਾਣਕਾਰੀ ਘੱਟ ਹੀ, ਤੇ ਤੂੰ ਇਹ ਮੇਰਾ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਬੈਠੇ, ਇਹਦੇ ਨਾਲ ਗੱਲਬਾਤ ਕਰ ਲੈ। ਇੱਕ ਪ੍ਰਧਾਨ ਸਾਹਿਬ ਦੀ ਮੈਨੂੰ ਗੱਲ ਯਾਦ ਹੈ, ਯਾਰ ਜਦ ਤੁਹਾਨੂੰ ਧਰਮ ਦੀ ਜਾਣਕਾਰੀ ਨਹੀਂ ਹੈ ਤੇ ਦੂਸਰੇ ਕੋਲ ਲੈਣੀ ਹੈ ਤੇ ਫਿਰ ਤੁਸੀਂ ਪ੍ਰਧਾਨਗੀ ਦੀ ਦਾਅਵੇਦਾਰੀ ਤਾਂ ਨਾ ਕਰੋ ਨਾ। ਜਾਂ ਗੁਰਮਤ ਨੂੰ ਪੂਰਾ ਸਮਝ ਕੇ ਚੱਲੋ, ਹਰ ਚੀਜ਼ ਤੁਹਾਨੂੰ। ਗੁਰੂ ਅਮਰਦਾਸ ਪਾਤਸ਼ਾਹ ਦਾ ਸਿਧਾਂਤ ਸੀ, ਰਾਤ ਸ਼ਾਮ ਨੂੰ ਭਾਂਡੇ ਪੁੱਠੇ ਕਰ ਦਿੰਦੇ ਸੀ, ਤੇ ਜਦੋਂ ਉਹ ਕਹਿੰਦਾ ਸਵੇਰੇ ਦੀ ਸਵੇਰੇ ਵੇਖਾਂਗੇ। ਸਭ ਤੋਂ ਵੱਡੀ ਸਿੱਖ ਸੰਸਥਾਵਾਂ ਦੀ ਪ੍ਰੋਬਲਮ ਹੈ ਕਾਰਪਸ ਫੰਡ, ਐਫਡੀਆਂਸ। ਤੁਸੀਂ ਕਲੇਮ ਕਰਦੇ ਹੋ ਅਸੀਂ ਐਫਡੀਆਂ ਛੱਡ ਕੇ ਗਏ ਹਾਂ, ਕਿਉਂ ਛੱਡ ਕੇ ਗਏ ਹੋ? ਖਰਚ ਕਰੋ ਨਾ। ਜੇਕਰ ਕੌਮ ਮਰ ਰਹੀ ਹੈ ਔਰ ਤੁਸੀਂ ਐਫਡੀਆਂ ਨੂੰ ਇਕੱਠਾ ਕਰ ਰਹੇ ਹੋ, ਕਿਉਂ ਕਰ ਰਹੇ ਹੋ? ਨਹੀਂ ਜੀ, ਐਫਡੀਆਂ ਨਹੀਂ ਹੋਣਗੀਆਂ ਤਾਂ ਫਿਰ ਕਿਵੇਂ ਚਲਾਣਗੇ? ਮੇਰੇ ਕਿਵੇਂ ਚੱਲੇਗਾ ਸਾਰਾ ਸਿਸਟਮ? ਕਿਵੇਂ ਚੱਲੇਗਾ? ਤੁਹਾਡਾ ਸਿਸਟਮ ਤੁਹਾਡੀ ਬਿਲਕੁਲ ਜਾਇਜ਼ ਗੱਲ ਹੈ। ਤੁਸੀਂ ਮਿਸਯੂਜ਼ ਪਹਿਲੇ ਬੰਦ ਕਰੋ ਨਾ। ਹੁਣ ਇਹ ਕਨਸੈਪਟ ਤੁਸੀਂ ਅੱਗੇ ਤੋਰਿਆ, ਪਹਿਲੇ ਤੇ ਐਫਡੀਜ਼, ਹੁਣ ਐਫਡੀਜ਼ ਨਹੀਂ ਨੇ ਅੱਜ ਦੀ ਡੇਟ ਦੇ ਵਿੱਚ। ਤੁਸੀਂ ਜੋ ਸਿਸਟਮ ਆਪਣਾ ਚਲਾਉਂਦੇ ਹੋ, ਲੋਕਾਂ ਦਾ ਸਿਸਟਮ ਇਹ ਦੇਖ ਕੇ ਚਲੋ, ਐਫਡੀਜ਼ ਲੈ ਕੇ ਗਏ ਹੋ, ਪਰ ਜ਼ਰੂਰੀ ਚੀਜ਼ਾਂ ਤਾਂ ਤੁਹਾਨੂੰ ਕਰਨੀਆਂ ਨੇ ਨਾ। ਜੇਕਰ ਸਕੂਲਾਂ ਦਾ ਸਿਸਟਮ ਬਹੁਤ ਸਮੇਂ ਤੋਂ ਖਰਾਬ ਹੈ, ਇਹਦੇ ਵਾਸਤੇ ਇੱਕ ਮੈਨੇਜਮੈਂਟ ਕੋਈ ਗਲਤੀ ਨਹੀਂ ਹੈ, ਸ਼ੁਰੂ ਤੋਂ ਚੱਲਦਾ ਆ ਰਿਹਾ। ਤੁਸੀਂ ਇੱਕ ਹਿਸਾਬ ਲਗਾ ਕੇ ਚੱਲੋ, ਮੈਂ ਤੁਹਾਨੂੰ ਕੈਲਕੂਲੇਸ਼ਨ ਸਿੰਪਲ ਜੀ ਦੇ ਰਿਹਾ। ਮੈਂ ਆਪ ਸਕੂਲ ਦਾ ਚੇਅਰਮੈਨ ਰਿਹਾ, ਤੁਹਾਨੂੰ ਕਲੀਅਰ ਗੱਲ ਦੱਸ ਦੇਣਾ। ਇੱਕ ਸਕੂਲ ਦੇ ਵਿੱਚ, ਗੌਰਮੈਂਟ ਸਕੂਲ ਦੇ ਵਿੱਚ 2 ਐਡਮਿਨਿਸਟ੍ਰੇਸ਼ਨ ਦੇ ਬੰਦੇ ਅਲਾਉਡ ਨੇ, ਜਾ ਕੇ ਚੈੱਕ ਕਰ ਲੈਣਾ। ਕਿਸੇ ਗੌਰਮੈਂਟ ਸਕੂਲ ਦੇ ਵਿੱਚ ਤੀਜਾ ਨਹੀਂ ਹੁੰਦਾ, 2 ਹੀ ਹੁੰਦੇ ਨੇ। ਸਾਡੇ ਇਹਨਾਂ ਸਕੂਲਾਂ ਦੇ ਵਿੱਚ 35 ਤੋਂ 40 ਬੰਦੇ ਹਰ ਸਕੂਲ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਨੇ, ਠੀਕ ਹੈ ਜੀ। ਹੁਣ 40 ਬੰਦੇ ਅਗਰ ਤੁਸੀਂ ਰੱਖੇ ਨੇ ਇੱਕ ਸਕੂਲ ਦੇ ਵਿੱਚ, 40 × 40,000 50,000 ਨੂੰ ਮਲਟੀਪਲਾਈ ਕਰੋ ਤੇ ਕਿੰਨਾ ਹੋ ਗਿਆ ਜੀ? 20 ਲੱਖ ਰੁਪਏ। 20 ਲੱਖ ਰੁਪਏ ਦਾ ਖਰਚਾ ਤੁਸੀਂ ਆਪਣੇ ਤੇ ਪਾਇਆ ਹੋਇਆ ਇੱਕ ਸਕੂਲ ਦਾ, ਇੱਕ ਮਹੀਨੇ ਦਾ। ਅਗਰ ਇਸ ਤਰੀਕੇ ਦੇ ਨਾਲ 20 ਨੂੰ ਮਲਟੀਪਲਾਈ ਕਰੋ ਸਾਲ ਦੇ ਨਾਲ, ਤੇ ਕਿੰਨੇ ਪੈਸੇ ਹੋ ਗਏ ਜੀ? ਇੱਥੇ ਐਫਡੀਆਂ ਕੀ ਕਰਨਗੀਆਂ ਤੁਹਾਡੀਆਂ? ਪਹਿਲੇ ਤੁਸੀਂ ਮਿਸਯੂਜ਼ ਬੰਦ ਕਰੋਗੇ ਜਾਂ ਐਫਡੀਆਂ ਇਕੱਠੀਆਂ ਕਰੋਗੇ? ਜਿਹੜਾ ਆਪ ਜੀ ਮਿਸਯੂਜ਼ ਦਾ ਇਹ ਕੁਐਸਚਨ ਪੁੱਟ ਅਪ ਕੀਤਾ ਹੈ, ਸਰਨਾ ਪਾਰਟੀ ਦੇ ਉੱਪਰ ਇਹ ਇਲਜ਼ਾਮ ਲੱਗਦੇ ਆ ਰਹੇ ਨੇ ਕਿ ਉਹਨਾਂ ਨੇ ਸਕੂਲਾਂ ਦੇ ਉੱਪਰ ਜਿਹੜਾ ਉਹ ਓਵਰਲੋਡ ਸਟਾਫ ਜਿਹੜਾ ਉਹਨਾਂ ਨੇ ਕਾਫੀ ਵਧਾਇਆ ਹੈ, ਤੇ ਆਪ ਜੀ ਵੀ ਇੱਕ ਚੇਅਰਮੈਨ ਰਹੇ ਹੋ ਕਿ ਸਕੂਲ ਦੇ, ਤੇ ਇਸ ਨੂੰ ਕਿਵੇਂ ਵੇਖਦੇ ਹੋ ਤੁਸੀਂ? ਕਿਵੇਂ ਹਿਸਾਬ ਦੇ ਨਾਲ ਤੇ ਆਈ ਐਮ ਦਾ ਓਨਲੀ ਚੇਅਰਮੈਨ ਜਿਹਦੇ ਕੋਲ ਸਾਰਾ ਅਕਾਊਂਟ ਹੈ ਜੀ। ਮੇਰੇ ਕੋਲ ਸਵੇਰੇ ਅਗਰ ਕੋਈ ਬੰਦਾ ਸਵੇਰੇ ਆਇਆ, ਉਹਦਾ ਮੇਰੇ ਕੋਲ ਰਿਕਾਰਡ ਹੈ, ਉਹ ਕੀ ਕੰਮ ਕਰਕੇ ਗਿਆ ਮੇਰੇ ਕੋਲ ਰਿਕਾਰਡ ਹੈ। ਉਹਦਾ ਕੰਮ ਹੋ ਗਿਆ ਤੇ ਹਰੇ ਪੈਨ ਨਾਲ ਸਿਗਨੇਚਰ ਨੇ, ਨਹੀਂ ਹੋਇਆ ਤੇ ਲਾਲ ਨਾਲ ਨੇ, ਨਾਰਮਲ ਹੈ ਤੇ ਨੀਲੇ ਨਾਲ ਨੇ। ਕਿੰਨੇ ਪੈਸੇ ਆਏ ਉਹ ਮੇਰੇ ਕੋਲ ਅਕਾਊਂਟ ਹੈ। ਐਡੀ ਮੋਟੀ ਫਾਈਲ ਜੇ। ਮੈਂ ਤਾਂ ਚਾਹੁੰਦਾ ਇੱਕ ਵਾਰੀ ਤੁਸੀਂ ਚੇਅਰਮੈਨ ਦਾ ਉਹ ਕਰੋ, ਇੰਟਰਵਿਊ ਕਰੋ, ਔਰ ਉਹਨਾਂ ਨੂੰ ਦੱਸੋ ਆਪਣੀ ਆਪਣੀ ਕਾਰਵਾਈ ਦੱਸਣ। ਕਿੰਨੀਆਂ ਤੁਸੀਂ ਅਪਾਇੰਟਮੈਂਟ ਕੀਤੀਆਂ, ਕਿੰਨੇ ਤੁਸੀਂ ਨਵੇਂ ਬੰਦੇ ਰੱਖੇ, ਕਿੰਨੇ ਤੁਸੀਂ ਬੇਸਿਕਲੀ ਖਾਣ ਪੀਣ ਤੇ ਪੈਸੇ ਖਰਚ ਕੀਤੇ, ਕਿੰਨੀ ਤੁਸੀਂ ਕਾਰ ਯੂਜ਼ ਕੀਤੀ, ਕਿੰਨੇ ਤੁਸੀਂ ਬੰਦੇ ਅਪਾਇੰਟ ਕੀਤੇ। ਇੱਕ ਓਪਨ ਸੈਸ਼ਨ ਰੱਖੋ ਔਰ ਸਾਰੇ ਚੇਅਰਮੈਨਸ ਨੂੰ ਬੁਲਾਓ ਤੇ ਉਹਨਾਂ ਕੋਲੋਂ ਸਵਾਲ ਪੁੱਛੋ, ਆਪਣਾ ਆਪਣਾ ਰਿਕਾਰਡ ਨਾਲ ਲੈ ਕੇ ਆਉਣਾ। ਜੇਕਰ ਉਹਨਾਂ ਨੇ ਕੰਮ ਕੀਤਾ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਏਗਾ, ਸਾਹਮਣੇ ਗੱਲ ਸਾਹਮਣੇ ਆਏਗੀ। ਬੇਸਿਕਲੀ ਸਾਂਝਾ ਬਾਪ ਨਾ ਪਿੱਟੇ ਕੋਈ। ਜੇਕਰ ਆਪਣੇ ਗੁਰਦੁਆਰਿਆਂ ਨੂੰ ਆਪਣਾ ਸਮਝ ਕੇ ਪੈਸੇ ਖਰਚ ਕਰਨ ਦੀ ਸ਼ਮਤਾ ਸਾਡੇ ਵਿੱਚ ਨਹੀਂ ਹੈ ਨਾ, ਤੇ ਅਸੀਂ ਉਹਦੇ ਵਾਸਤੇ ਐਲੀਜੀਬਲ ਵੀ ਨਹੀਂ ਹਾਂ। ਮੇਰੇ ਟਾਈਮ ਦੇ ਵਿੱਚ ਮੈਨੂੰ ਇੱਕ ਗੱਲ ਕਲੀਅਰ ਦੱਸਾਂਗਾ, ਮੈਂ ਜਿਹੜੀ ਗੱਲ ਕਹਿਣੀ ਹੈ ਠੀਕ ਕਹਿਣੀ ਹੈ। ਮੈਨੂੰ ਸਰਨਾ ਸਾਹਿਬ ਨੇ ਇੱਕ ਵਾਰੀ ਵੀ ਇੰਟਰਫੇਅਰ ਨਹੀਂ ਕੀਤਾ ਪੂਰੇ ਸਿਸਟਮ ਵਿੱਚ। ਮੈਨੂੰ ਫ੍ਰੀ ਹੈਂਡ ਸੀਗਾ ਔਰ ਮੈਂ ਫ੍ਰੀ ਹੈਂਡ ਦੇ ਵਿੱਚ ਕੰਮ ਕੀਤਾ ਜੀ, ਕਿਉਂਕਿ ਬੇਸਿਕਲੀ ਜਿਹਦੇ 'ਤੇ ਉਹ ਟਰਸਟ ਕਰਦੇ ਸੀ ਪੂਰਾ ਕਰਦੇ ਸੀਗੇ। ਹੋ ਸਕਦਾ ਮੇਰੀ ਕਈ ਮਾਮਲਿਆਂ ਦੇ ਵਿੱਚ ਉਹਨਾਂ ਦੇ ਨਾਲ ਮਤਭੇਦ ਹੋਵੇ, ਪਰ ਮਨਭੇਦ ਅਜੇ ਵੀ ਨਹੀਂ ਹੈ। ਮੇਰੇ ਮਨ ਦੇ ਵਿੱਚ ਅਜੇ ਵੀ ਉਹਨਾਂ ਪ੍ਰਤੀ ਰਿਗਾਰਡ ਹੁੰਦਾ ਹੈ। ਠੀਕ ਹੈ, ਕੁਝ ਇਸ਼ੂਜ਼ ਦੇ ਉੱਪਰ ਉਹ ਅਲੱਗ ਚੀਜ਼ਾਂ ਨੇ, ਉਹ ਤੁਸੀਂ ਗੱਲਬਾਤ ਕਰੋਗੇ ਤਾਂ ਉਹ ਗੱਲ ਆ ਸਕਦੀ ਹੈ, ਕਿਉਂਕਿ ਅਸੀਂ ਇੱਥੇ ਪਰਸਨਲ ਕੋਈ ਗੱਲਬਾਤ 'ਤੇ ਡਿਸਕਸ ਕਰਨ ਆਏ ਨਹੀਂ। ਸੋ ਮਤਲਬ ਗੱਲ ਸਮਝਣ ਦੀ ਹੈ ਕਿ ਕਿਤਨੇ ਕੀ ਤੁਹਾਡੀਆਂ ਦਿੱਕਤਾਂ ਪਰੇਸ਼ਾਨੀਆਂ ਕਿਸ ਤਰ੍ਹਾਂ ਪੈਦਾ ਹੋਈਆਂ, ਉਹ ਬੜੀ ਲੰਬੀ ਹਿਸਟਰੀ ਹੈ। ਇਸ ਕਰਕੇ ਪੈਸਾ ਉਹੀ ਜਿਹੜਾ ਕੌਮ ਦੇ ਕੰਮ ਆ ਸਕੇ, ਜਿਹੜਾ ਤੁਸੀਂ ਖਰਚ ਕਰ ਸਕੋ। ਜਿਹੜੀਆਂ ਚੀਜ਼ਾਂ ਤੁਸੀਂ ਐਫਡੀ ਦੇ ਵਿੱਚ ਬੰਦ ਕਰਕੇ ਰੱਖਣੀਆਂ ਨੇ, ਉਸ ਤੋਂ ਬਿਹਤਰ ਹੈ ਕਿ ਤੁਸੀਂ ਆਪਣੇ ਇੰਸਟੀਚਿਊਟ ਪੈਦਾ ਕਰੋ। ਤੁਸੀਂ ਆਪਣੀ ਸੈਲਰੀਜ਼ ਸਟਾਫ ਨੂੰ ਦੇਣੀਆਂ ਸ਼ੁਰੂ ਕਰੋ। ਇਹ ਸਮੱਸਿਆ ਤਾਂ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇੱਕ ਹਿੰਦੀ ਦਾ ਵਰਡ ਆਉਂਦਾ ਲੋਲੁਪ ਪ੍ਰਵਿਰਤੀ, ਜਿਹੜੇ ਲਾਲਚੀ ਲੋਕ ਹੁੰਦੇ ਨੇ ਉਹ ਤੁਹਾਡੇ ਫੰਡਸ ਨੂੰ ਦੇਖਦੇ ਨੇ, ਯਾਰ ਇਹਦੇ ਵਿੱਚ ਫੰਡਸ ਬੜਾ ਹੈ। ਹੁਣ ਇੱਕ ਨਾਰਮਲ ਧਾਰਮਿਕ ਆਦਮੀ ਦੇ ਸਿਸਟਮ ਵਿੱਚ ਇਲੈਕਸ਼ਨ ਲੜ ਕੇ ਰਾਜੀ ਨਹੀਂ ਹੈ, ਉਹ ਆ ਕੇ ਰਾਜੀ ਨਹੀਂ ਹੈ।
ਜਿਹੜਾ ਆ ਕੇ ਰਾਜੀ ਹੈ ਉਹ ਇਨਵੈਸਟਮੈਂਟ ਕਰਦਾ ਹੈ। ਮੈਨੂੰ ਇੱਕ ਗੱਲ ਦੱਸੋ ਨਾ, ਜਦੋਂ ਤੁਸੀਂ ਇੱਕ ਇਲੈਕਸ਼ਨ ਦੇ ਵਿੱਚ 20 25 25 30 ਲੱਖ ਰੁਪਏ ਲਗਾਉਂਦੇ ਹੋ ਤੇ ਇੱਕ ਨਾਰਮਲ ਆਦਮੀ ਜਿਹੜਾ ਕਮਾਉਣ ਦੀ ਪ੍ਰਵਿਰਤੀ ਨਹੀਂ ਰੱਖਦਾ ਉਹ 30 ਲੱਖ ਨਹੀਂ ਖਰਚ ਕਰੇਗਾ। ਇਸ ਕਰਕੇ ਭਾਈ ਲਾਲੋ ਤੇ ਤੁਸੀਂ ਕੱਟ ਕੇ ਬਾਹਰ ਮਾਰੇ। ਹੁਣ ਭਾਗੂਆਂ ਦੀ ਗੇਮ ਦੇ ਵਿੱਚੋਂ ਤੁਸੀਂ ਉਮੀਦ ਕਰੋਗੇ ਕਿ ਇਹਦੇ ਵਿੱਚੋਂ ਕੋਈ ਇਨਸਾਫ ਬਾਹਰ ਆਏਗਾ, ਕਦੀ ਨਹੀਂ ਆਏਗਾ। ਇਸ पे ਮੰਨ ਕੇ ਚੱਲੀਏ ਕਿ ਜਿਹੜੇ ਗੁਰਦੁਆਰਾ ਇਲੈਕਸ਼ਨਾਂ ਨੇ ਇਹ ਧਾਰਮਿਕ ਨਾ ਹੋ ਕਰਕੇ ਰਾਜਨੀਤਿਕ ਜ਼ਿਆਦਾ ਨੇ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਮੀਰੀ ਤੇ ਪੀਰੀ ਦੇ ਸਿਧਾਂਤ ਦਾ ਜਿਤਨਾ ਮਿਸਯੂਜ਼ ਗੁਰਦੁਆਰਾ ਸਿਸਟਮ ਦੇ ਵਿੱਚ ਹੁੰਦਾ ਨਾ, ਕਿਤੇ ਨਹੀਂ ਹੁੰਦਾ। ਸਾਨੂੰ ਮੀਰੀ ਪੀਰੀ ਦਾ ਸਿਧਾਂਤ ਸਮਝਾ ਦਿਆ ਗਿਆ, ਜਦ ਕਿ ਧਰਮ ਤੋਂ, ਮੈਂ ਪਹਿਲੇ ਵੀ ਕਿਹਾ, ਧਰਮ ਤੋਂ ਰਾਜਨੀਤੀ ਨੇ ਸਿੱਖਿਆ ਲੈਣੀ ਸੀ, ਉੱਥੋਂ ਗਾਈਡਲਾਈਨਸ ਲੈਣੀ ਸੀ, ਉਹ ਬੰਦ ਹੋ ਗਈ। ਤੇ ਜਦੋਂ ਬੰਦ ਹੋ ਗਈ ਤੇ ਸਿੰਪਲ ਜੀ ਗੱਲ ਹੈ ਕਿ ਹੁਣ ਰਾਜਨੀਤੀ ਜਿਹੜੀ ਹੈ, ਅੱਜ ਤੁਸੀਂ ਗੱਲ ਦੇਖੋ, ਬੜੀ ਖੂਬਸੂਰਤ ਜੀ ਗੱਲ ਹੈ, RSS ਇਲੈਕਸ਼ਨ ਨਹੀਂ ਲੜਦੀ, ਬੀਜੇਪੀ ਨੂੰ ਇਲੈਕਸ਼ਨ ਲੜਵਾਉਂਦੀ ਹੈ। ਜਿਹਨੇ ਇਲੈਕਸ਼ਨ ਲੜਨੀ ਉਹਨੂੰ RSS ਛੱਡਣੀ ਪਏਗੀ। ਧਰਮ ਦੀ ਅਗਵਾਈ ਪਿੱਛੇ ਉਹ ਕਰ ਰਹੀ ਹੈ, ਰਾਜਨੀਤੀ ਨੂੰ ਵੀ ਰਾਹ ਦੇ ਰਹੀ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ SGPC ਨੂੰ ਸਲਾਹ ਦੇ ਰਹੇ, ਬਸ ਇੱਥੋਂ ਹੀ ਸਮਝ ਲਓ ਗੱਲ ਨੂੰ ਸਾਰੀ। ਜਿਹੜੀ ਗੱਲ ਤੁਹਾਨੂੰ ਸਮਝਣੀ ਚਾਹੀਦੀ ਉਹ ਇਹੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਪਾਰਟੀ ਧਰਮ ਦੀ ਨੂੰ ਗਾਈਡਲਾਈਨ ਕਰੇਗੀ ਤਾਂ ਉੱਥੇ ਫਿਰ ਅਕਾਲ ਤਖਤ ਦਾ ਜਥੇਦਾਰ ਕੀ ਹੋਏਗਾ? ਉਹ ਤਾਂ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਬਾਉਂਡ ਹੋ ਹੀ ਜਾਏਗਾ ਨਾ। ਜਦੋਂ ਉਹਨਾਂ ਨੇ ਅਪਾਇੰਟ ਕਰਨਾ ਹੈ ਤਾਂ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ? ਇੱਥੇ ਮੋਹਨ ਭਾਗਵਤ ਮੋਦੀ ਨੂੰ ਅਪਾਇੰਟ ਕਰਦਾ ਹੈ, ਮੋਦੀ ਮੋਹਨ ਭਾਗਵਤ ਨੂੰ ਅਪਾਇੰਟ ਨਹੀਂ ਕਰਦਾ। ਸੋ ਇੱਥੇ ਸਾਡੀ ਗੁਰੂ ਸਾਹਿਬ, ਸਾਡਾ ਕਨਸੈਪਟ ਹੈ ਗੁਰੂ ਸਾਹਿਬ ਦਾ, ਚਲਾ ਹੋ ਰਹੇ ਜੇ, ਅਸੀਂ ਭੁੱਲ ਗਏ। ਜਿਤਨੀ RSS BJP ਦੀ ਪਾਲਿਸੀ ਹੈ ਉਹ ਧਰਮ ਤੋਂ ਆਧਾਰਿਤ ਰਾਜਨੀਤੀ ਨੂੰ ਹੈ, ਉਹ BJP ਉੱਥੇ ਚਲਾ ਰਹੀ ਜੇ, ਤੁਸੀਂ ਨਹੀਂ ਚਲਾ ਪਾ ਰਹੇ। ਬਸ ਇੱਥੋਂ ਹੀ ਗੱਲ ਨੂੰ ਸਮਝਣ ਦੀ ਲੋੜ ਹੈ। ਨਹੀਂ ਕਹਿ ਸਕੇ ਸਾਡੇ ਜਿਹੜੇ ਸਿਧਾਂਤ ਨੇ ਜਾਂ ਸਾਡੀ ਜਿਹੜੀ ਮੂਲ ਧਰਮ ਤੇ ਰਾਜਨੀਤੀ ਜਿਹੜੀ ਗੱਲ ਹੈ ਉਹ ਦੂਜਿਆਂ ਨੇ ਤੇ ਕੈਪਚਰ ਕਰ ਲਈ, ਦੂਜਿਆਂ ਨੇ ਅਪਣਾ ਲਈ, ਲੇਕਿਨ ਅਸੀਂ ਆਪ ਹੀ ਜਿਹੜੇ ਉਸ ਨੂੰ ਨਹੀਂ ਅਪਣਾਏ। ਬਿਲਕੁਲ, ਮੈਂ ਸਹਿਮਤ ਹਾਂ ਇਹਦੇ ਨਾਲ। ਤੁਸੀਂ ਹਿਸਾਬ ਲਗਾ ਕੇ ਦੇਖੋ, ਸਾਡਾ ਨਿਸ਼ਾਨਾ ਕੀ ਹੈ? MLA MP ਮਨਜੀਤ ਸਿੰਘ ਜੀਕੇ ਹੋਰੀ ਆਪਣੇ ਸਮੇਂ ਤੇ ਪਤਾ ਨਹੀਂ ਕਿੰਨਿਆਂ ਨੂੰ ਟਿਕਟਾਂ ਦਿੱਤੀਆਂ। ਜਦੋਂ ਹੁਣ ਪਾਰਟੀ ਬਣਾਈ ਤੇ ਉਹਦੇ 'ਚ ਕਹਿੰਦੇ ਨੇ ਕਿ ਕੋਈ ਵੀ ਰਾਜਨੀਤਿਕ ਪਾਰਟੀ ਦੇ ਵਿੱਚ ਅਸੀਂ ਉਹ ਨਹੀਂ ਕਰਾਂਗੇ। ਕੀ ਕ੍ਰਾਈਟੇਰੀਆ ਹੈ? ਯਾਨੀ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਜਦੋਂ ਰਾਜ ਦੇ ਵਿੱਚ ਹੁੰਦੇ ਹੋ ਤੇ ਗੱਲਾਂ ਹੋਰ ਨੇ, ਰਾਜ ਦੇ ਬਾਹਰ ਆਉਂਦੇ ਹੋ ਤੇ ਗੱਲਾਂ ਹੋਰ ਨੇ। ਦੁਬਾਰਾ ਫਿਰ ਆਓਗੇ ਤੇ ਫਿਰ ਚੇਂਜ ਹੋ ਜਾਏਗਾ, ਕਿਉਂਕਿ ਲੋਕ ਤੇ ਸੋ ਰਹੇ ਨੇ, ਲੋਕ ਤੇ ਇੰਟਰਸਟ ਹੈ ਹੀ ਨਹੀਂ। 15 ਲੱਖ ਵੋਟ ਹੈ ਦਿੱਲੀ ਦੇ ਵਿੱਚ, ਆਬਾਦੀ ਹੈ, 4 ਲੱਖ ਵੋਟਾਂ ਬਣਦੀਆਂ ਨੇ, 2.5 ਲੱਖ ਓਰੀਜਨਲ ਹੁੰਦੀਆਂ ਨੇ, 2.25 ਲੱਖ ਪੋਲ ਹੁੰਦੀਆਂ ਨੇ। ਸੰਗਤ ਦਾ ਫੈਸਲਾ ਹੈ ਜੀ, 85,000 ਉਹ ਲੈ ਲੈਂਦਾ, 65,000 ਉਹ ਲੈ ਲੈਂਦਾ, 20-25 ਉਹ ਲੈ ਲੈਂਦਾ। ਸੰਗਤ ਦਾ ਫੈਸਲਾ ਹੈ। ਹੁਣ ਸੰਗਤ ਦਾ ਫੈਸਲਾ ਕੀ ਹੈ? ਦਿੱਲੀ ਵਿੱਚ 1000 ਗੁਰਦੁਆਰੇ ਨੇ, 20 ਬੰਦਿਆਂ ਦੀ ਕਮੇਟੀ ਹਰ ਗੁਰਦੁਆਰੇ ਵਿੱਚ ਹੈ, ਮਲਟੀਪਲਾਈ ਕਰ ਲਓ, ਸਕੂਲ ਦਾ ਸਟਾਫ ਹੈ, DGPC ਦਾ ਸਟਾਫ ਹੈ, ਇਹ ਲੋਕ ਨੇ ਜਿਹੜੇ ਵੋਟਾਂ ਪਾ ਰਹੇ ਨੇ। ਧਾਰਮਿਕ ਆਦਮੀ ਦਾ ਇੰਟਰਸਟ ਹੀ ਨਹੀਂ ਹੈ, ਪਰ ਹਿਸਾਬ ਨਹੀਂ ਲੈਣਾ ਚਾਹੁੰਦਾ। ਸੰਗਤ ਇੰਨੀ ਭੋਲੀ ਹੋ ਚੁੱਕੀ ਹੈ ਜਾਂ ਸੰਗਤ ਇੰਨੀ ਅਵੇਸਲੀ ਹੋ ਚੁੱਕੀ ਹੈ ਕਿ ਸੰਗਤ ਜਿਹੜੀ ਹੈ ਉਹ ਇਸ ਵਿੱਚ ਇੰਟਰਸਟ ਨਹੀਂ ਲੈਂਦੀ? ਸਰ, ਮੈਟੀਰੀਅਲਿਜ਼ਮ ਜਿਹੜਾ ਹੈ ਨਾ ਉਹ ਬਹੁਤ ਹਾਵੀ ਹੋ ਚੁੱਕਾ ਹੈ। ਐਕਚੁਅਲੀ 'ਚ ਗਿਆਨ ਜਿਹੜਾ ਹੈ ਨਾ ਉਹ ਬਹੁਤ ਛੋਟਾ ਹੋ ਚੁੱਕਾ ਹੈ, ਸ਼ਰਧਾ ਬੜੀ ਭਾਰੀ ਹੋ ਚੁੱਕੀ ਹੈ। ਜਿਹੜੀ ਸ਼ਰਧਾ ਨਾਮ ਦੀ ਲੇਡੀ ਹੈ ਨਾ, ਉਹਨੇ ਗਿਆਨ ਨਾਮ ਦੇ ਮਰਦ ਨੂੰ ਦਬਾ ਕੇ, ਬਲਾਈਂਡ ਸ਼ਰਧਾ ਦੇ ਵਿੱਚ ਲੋਕ ਗੁਰਦੁਆਰੇ ਜਾ ਰਹੇ ਆ, ਕੀਰਤਨ ਸੁਣ ਰਹੇ ਆ, ਸਭ ਕੁਝ ਲੈ ਰਹੇ ਆ। ਉਹਦੇ ਵਿੱਚੋਂ ਜਿਹੜਾ ਜੂਸ ਸੀਗਾ ਨਾ, ਬਾਹਰ ਆ ਕੇ ਉਹਨੇ ਜੀਵਨ ਨੂੰ ਬਣਾਉਣਾ ਸੀਗਾ, ਉਹ ਖਤਮ ਹੋ ਗਿਆ। ਜਿਹੜਾ ਕਿਰਦਾਰ ਸੀਗਾ ਨਾ ਉਹ ਮੁੱਕ ਰਿਹਾ। ਔਰ ਜਿਨ੍ਹਾਂ ਕੋਲ ਕਿਰਦਾਰ ਹੈਗਾ ਉਹ ਲੋਕਲ ਕੰਮਾਂ ਦੇ ਵਿੱਚ ਵੀ ਲੱਗੇ ਹੋਏ ਨੇ, ਗੁਰਦੁਆਰਿਆਂ ਤੋਂ ਬਾਹਰ ਵੀ ਜਾ ਕੇ ਕੰਮ ਕਰੇ ਹੋਏ ਨੇ। ਗੁਰਦੁਆਰੇ ਸਾਡੇ ਸਕੂਲ ਸੀਗੇ, ਸਕੂਲਾਂ ਤੋਂ ਅਸੀਂ ਬਾਹਰ ਆਉਣਾ ਸੀ, ਦੁਨੀਆ ਕਰਮ ਭੂਮੀ ਸੀ ਜਿਹਦੇ ਵਿੱਚ ਚੀਜ਼ਾਂ ਪ੍ਰਗਟਾਉਣੀਆਂ ਸੀ, ਉੱਥੇ ਅਸੀਂ ਲੈਕ ਕਰ ਗਏ। ਅਸੀਂ ਬਾਹਰ ਆਉਣਾ ਹੀ ਨਹੀਂ ਚਾਹੁੰਦੇ, ਇਸ ਕਰਕੇ ਅਸੀਂ ਆਪਣੀ ਖੂਬਸੂਰਤ ਚੀਜ਼ ਵੀ ਹੋ ਕੇ ਨਾ ਲੋਕਾਂ ਨੂੰ ਦੱਸ ਨਹੀਂ ਪਾਏ, ਕਿਉਂਕਿ ਬਾਹਰ ਆਏ ਨਹੀਂ, ਅੰਦਰ ਹੀ ਰਹਿ ਗਏ। ਅੱਛਾ ਭਾਈ ਸਾਹਿਬ ਜੀ, ਇੱਕ ਜਿਹੜਾ ਸਰਨਾ ਪਾਰਟੀ ਦੇ ਸਮੇਂ ਉਹਨਾਂ ਨੇ ਬਾਲਾ ਸਾਹਿਬ ਹਸਪੀਟਲ ਉਹਦੀ ਇੱਕ ਗੱਲ ਕੀਤੀ ਸੀ, ਉਹਨੂੰ ਕੋਈ ਚਲਾਉਣ ਦੀ ਗੱਲ ਕੀਤੀ ਸੀਗੀ, ਪਰ ਇੱਕ ਪ੍ਰੋਪਾਗੈਂਡਾ ਚਲਾਇਆ ਗਿਆ ਜਾਂ ਕਹਿ ਸਕਦੇ ਕਿ ਪ੍ਰੋਪਾਗੈਂਡਾ ਸ਼ਿਕਾਰ ਹੋ ਗਿਆ। ਜੀਕੇ ਵੀ ਉਹਦੇ ਜਗ੍ਹਾ ਸਿਰਸਾ ਵੀ ਸੀਗਾ ਕਿ ਇਹ ਜਿਹੜਾ ਵੇਚ ਦਿੱਤਾ ਗਿਆ ਬਾਲਾ ਸਾਹਿਬ ਹਸਪੀਟਲ। ਪਰ ਜਿਹੜਾ ਹੁਣ ਜੀਕੇ ਇੱਥੇ ਆਉਂਦਾ, ਬਾਹਰ ਆਉਂਦਾ, ਤੇ ਉਹ ਹੁਣ ਕਹਿ ਰਿਹਾ ਕਿ ਨਹੀਂ, ਇਹਨੂੰ ਸਰਨਾ ਮਾਡਲ 'ਤੇ ਹੀ ਚਲਾਇਆ ਜਾ ਸਕਦਾ ਹੈ। ਤੇ ਸਿਰਸੇ ਦੇ ਵਿੱਚ ਵੀ ਕਈ ਐਸੇ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਨਹੀਂ, ਇਸ ਨੂੰ ਕੋਈ ਟਰਸਟ ਹੀ ਚਲਾ ਸਕਦਾ, ਗੁਰਦੁਆਰਾ ਕਮੇਟੀ ਨੂੰ ਨਹੀਂ ਚਲਾ ਸਕਦੀ। ਤੇ ਹੁਣ ਇਹ ਪ੍ਰੋਪਾਗੈਂਡਾ ਜਿਹੜਾ ਇਹ ਕਿਹੜੀ ਦਿਸ਼ਾ ਲੈ ਰਿਹਾ? ਦੇਖੋ, ਸਾਨੂੰ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕੋਈ ਵੀ ਇਤਿਹਾਸ ਨਹੀਂ ਪਤਾ। ਸਾਨੂੰ ਸਿਰਫ ਇਹ ਪਤਾ ਹੈ ਅੱਜ ਦੀ ਡੇਟ ਦੇ ਵਿੱਚ ਜਿਹੜੇ ਵੀ ਨੌਜਵਾਨ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਸ਼ੰਕੇ ਕਰੇਗਾ। 8 ਸਾਲ ਦਾ ਗੁਰੂ ਕਿਵੇਂ ਹੋ ਸਕਦਾ ਹੈ, ਜਿਸ ਤਰ੍ਹਾਂ ਹੈ ਕਿਸ ਤਰ੍ਹਾਂ ਹੋ ਸਕਦਾ ਹੈ, ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ। ਬੜੇ ਇਤਿਹਾਸ ਦੀ ਡਿਟੇਲ ਹੀ ਜਾਣ ਦੀ ਲੋੜ ਹੈ। ਗੁਰੂ ਹਰਿਰਾਏ ਸਾਹਿਬ ਨੇ ਆਪਣਾ ਪੁਸ਼ਤਾਲੇ ਖੋਲ੍ਹਿਆ ਸੀਗਾ, 9 ਲੱਖਾ ਬਾਗ ਬਣਾਇਆ ਜਿਹਦੇ ਵਿੱਚ ਸਾਰੀ ਹਰਬਲ ਚੀਜ਼ਾਂ ਸੀਗੀਆਂ। ਠੀਕ ਹੈ, ਤੁਸੀਂ ਗੱਲ ਨੂੰ ਸਮਝ ਕੇ ਚੱਲੋ। ਜਿਹੜੇ ਵੀ ਗੁਰੂ ਸਾਹਿਬ ਨੇ ਜਦੋਂ ਤਰਨ ਤਾਰਨ ਦੇ ਵਿੱਚ ਆਪਦਾ ਆਈ ਹੈ,
ਮਹਾਂਮਾਰੀ ਆਈ ਹੈ, ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੀ ਕੰਸਟਰਕਸ਼ਨ ਰੋਕਤੀ, ਸਾਰਾ ਪੈਸਾ ਉੱਥੇ ਭੇਜਤਾ। ਪ੍ਰਾਇਰਿਟੀਜ਼ ਨੂੰ ਚੈੱਕ ਕਰੋ। ਮੇਰੇ ਖਿਆਲ ਨਾਲ ਬਾਲਾ ਸਾਹਿਬ ਪ੍ਰੋਜੈਕਟ ਵਾਜ਼ ਅ ਬਿਊਟੀਫੁਲ ਪ੍ਰੋਜੈਕਟ, ਆਈ ਐਮ ਸੇਇੰਗ ਫਰਮ ਹਾਰਟ। ਗੁਰਦੁਆਰਾ ਕਮੇਟੀ ਦੇ ਕੋਲ ਕੋਈ ਸੋਰਸਿੰਗ ਨਹੀਂ ਹੈ ਪੈਸੇ ਕਮਾਉਣ ਦੀ, ਸਿਰਫ ਇਹ ਗੁਰਦੁਆਰੇ ਦੀ ਗੋਲਕਾਂ ਦੇ ਉੱਪਰ ਡਿਪੈਂਡ ਹੈਗੇ ਨੇ। ਪਹਿਲਾ ਪ੍ਰੋਜੈਕਟ ਹੋਣਾ ਸੀ ਜਿਹਦੇ ਵਿੱਚੋਂ ਸਾਲ ਨੂੰ ਬਹੁਤ ਸਾਰੇ ਪੈਸੇ ਆਣੇ ਸੀ, ਪਰ ਸਿਰਫ ਛੋਟੀ ਸੋਚ ਦੇ ਕਾਰਨ ਇੱਕ ਹੁੰਦਾ ਹੈ ਕਿ ਮੈਂ ਏਮ ਲੈ ਕੇ ਚੱਲਾਂ, ਇਹ ਸਿੱਖੀ ਨੂੰ ਫਾਇਦਾ ਹੋ ਰਿਹਾ, ਇਹਦੇ ਵਿੱਚ ਮੈਂ ਪੋਲੀਟਿਕਸ ਨਹੀਂ ਕਰਨੀ। ਮੈਨੂੰ ਗੱਲ ਦਾ ਜਵਾਬ ਦਿਓ, ਮਨਜੀਤ ਸਿੰਘ ਜੀਕੇ ਜਦ ਅੱਜ ਕਹਿ ਰਿਹਾ ਹੈ ਕਿ ਉਹ ਬੜਾ ਅੱਛਾ ਪ੍ਰੋਜੈਕਟ ਸੀ, ਅਸੀਂ ਗਲਤੀ ਸੀਗੀ, ਉਹ ਗਲਤੀ ਭਾਈ ਸਾਹਿਬ ਤੇਰੀ ਬਸ ਤੁਸੀਂ ਕਹਿਣ ਨਾਲ ਗਲਤੀ ਮਾਫ ਹੋ ਜਾਏਗੀ? ਅਫਸੋਸ ਹੈ ਤੁਸੀਂ ਇੱਕ ਪ੍ਰੋਜੈਕਟ ਦੀ ਨਿਖੇਧੀ ਕੀਤੀ, ਉਹਨੂੰ ਬੰਦ ਕਰਾਇਆ। ਉਹ ਪਹਿਲਾ ਪ੍ਰੋਜੈਕਟ ਹੋਣਾ ਸੀਗਾ ਜਿਹਦੇ ਵਿੱਚੋਂ 10 ਪ੍ਰੋਜੈਕਟ ਹੋਰ ਸ਼ੁਰੂ ਹੁੰਦੇ ਸਾਲ ਦਾ। ਇਤਨਾ ਅੱਜ ਤੁਹਾਡੇ ਤੇ ਕੋਈ ਬਾਹਰ ਵਾਲੀ ਕੰਪਨੀ ਟਰਸਟ ਕਰੇਗੀ? ਕਿਹੜਾ ਬੰਦਾ ਤੁਹਾਡੇ ਨਾਲ ਵੈਂਚਰ ਕਰਨਾ ਚਾਹੇਗਾ? ਉਸ ਟਾਈਮ ਤਾਂ ਤੁਸੀਂ ਅਪੋਜ਼ ਕਰਤਾ, ਅੱਜ ਤੁਸੀਂ ਮਾਫੀ ਮੰਗ ਲਈ। ਕੌਮ ਨੇ ਤਦ ਵੀ ਨਾ ਬੋਲਿਆ, ਅੱਜ ਵੀ ਨਾ ਬੋਲਿਆ, ਸਾਰੇ ਸੁੱਤੇ ਪਏ ਨੇ। ਬਾਲਾ ਸਾਹਿਬ ਪ੍ਰੋਜੈਕਟ ਦੀ ਜਿਹੜਾ ਪ੍ਰੋਜੈਕਟ ਸੀਗਾ ਉਹ ਬਹੁਤ ਖੂਬਸੂਰਤ ਪ੍ਰੋਜੈਕਟ ਸੀਗਾ। ਬੇਸਿਕਲੀ ਗੁਰੂ ਸਾਹਿਬਾਨ ਨੇ ਜਿਹੜਾ ਕੰਮ ਕੀਤਾ ਉਹ ਦਵਾਈ ਤੇ ਪੜ੍ਹਾਈ ਤੇ ਕੀਤਾ, ਔਰ ਮੈਸੇਜ ਵੀ ਦੇ ਦਿੱਤਾ, ਜੌਬ ਤੇ ਦਿੱਤਾ। ਜਿੱਥੇ ਸ਼ਹਿਰ ਵਸਾਏ ਉੱਥੇ ਪਾਣੀ ਸੀਗਾ, ਪਹਿਲੇ ਪਾਣੀ ਚੈੱਕ ਕੀਤਾ, ਉਸ ਤੋਂ ਬਾਅਦ ਲਿਆ ਕੇ ਵਪਾਰੀ ਪੈਦਾ ਕੀਤੇ ਨੇ, ਉੱਥੇ ਵਪਾਰ ਪੈਦਾ ਕੀਤੇ ਨੇ, ਸੋਰਸਿੰਗ ਪੈਦਾ ਕੀਤੀ ਹੈ, ਸਭ ਕੁਝ ਪੈਦਾ ਹੋ ਗਿਆ ਤੇ ਸ਼ਹਿਰ ਵਸ ਗਿਆ। ਭਾਵੇਂ ਉਹ ਖੰਡੂਰ ਸਾਹਿਬ ਹੋਵੇ, ਭਾਵੇਂ ਉਹ ਅਨੰਦਪੁਰ ਸਾਹਿਬ ਹੋਵੇ, ਭਾਵੇਂ ਦਰਬਾਰ ਸਾਹਿਬ ਹੋਵੇ, ਐਵੇਂ ਵਸੇ। ਸੋ ਬੇਸਿਕਲੀ ਜੇਕਰ ਤੁਸੀਂ ਧਰਮ ਦੀ ਖੁਸ਼ਬੂ ਨੂੰ ਮਿਲਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੇ ਜੌਬ ਪ੍ਰੋਵਾਈਡ ਕਰੋ, ਉਸ ਤੋਂ ਬਾਅਦ ਪੜ੍ਹਾਈ ਪੈਦਾ ਕਰੋ, ਉਸ ਤੋਂ ਬਾਅਦ ਦਵਾਈ ਪੈਦਾ ਕਰੋ। ਇਹ ਤਿੰਨ ਚੀਜ਼ਾਂ ਨੇ। ਮੇਰੇ ਹਿਸਾਬ ਦੇ ਨਾਲ ਤੇ ਗਲੀਆਂ ਗਲੀਆਂ ਜਾਣ ਦੀ ਲੋੜ ਹੀ ਨਹੀਂ। ਤੁਸੀਂ ਇਹ ਤਿੰਨਾਂ ਦੇ ਕੰਮ ਕੀਤਾ ਹੋਵੇ, ਘਰ ਬੈਠਣੇ ਨਾਲ ਲੋਕ ਤੁਹਾਨੂੰ ਚੁੱਕਣ ਆਉਣਗੇ। ਕਿੱਥੇ ਗਿਆ ਸੀ ਕੇਜਰੀਵਾਲ? ਦਿੱਲੀ ਵਰਗੀ ਕੈਪੀਟਲ ਹੋਵੇ, ਪਾਣੀ ਬਿਜਲੀ ਫ੍ਰੀ ਦੇ ਕੇ ਤੇ 67 ਸੀਟਾਂ ਲੈ ਜਾਂਦਾ, ਫਿਰ 62 ਸਟੇਟ ਲੈ ਜਾਂਦਾ। ਬੇਸਿਕਲੀ ਲੋਕਾਂ ਨੂੰ ਕੰਮ ਦੀ ਲੋੜ ਹੈ, ਲੋਕਾਂ ਨੂੰ ਕੋਈ ਐਸੀ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਕਿ ਨਜ਼ਰ ਆਵੇ ਕਿ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਸੀ, ਅਸੀਂ ਕਦੇ ਉਹਦੀ ਗੱਲਬਾਤ ਹੀ ਨਹੀਂ ਕੀਤੀ, ਉਹਦੀਆਂ ਡਿਮੈਰਿਟਸ ਨੂੰ ਡਿਸਕਸ਼ਨ ਕਰਦੇ ਹਾਂ, ਮੈਰਿਟਸ ਦੀ ਡਿਸਕਸ਼ਨ ਹੀ ਨਹੀਂ ਕਰਦੇ। ਤਾਂ ਜਦੋਂ ਤੁਸੀਂ ਉਹਦੇ ਗੱਲ ਕਰ ਲੈ ਕੇ ਚਲੋ, ਉਹਦੇ ਵਿੱਚ ਇੱਕ ਵੀ ਬੰਦਾ ਜੇਲ੍ਹ ਵਿੱਚ ਨਹੀਂ ਗਿਆ। ਕਿੰਨੀ ਖੂਬਸੂਰਤ ਜੀ ਗੱਲ ਹੈ। ਹੁਣ ਤੁਸੀਂ ਅੱਜ ਇੱਕ ਯੂਰਪ ਦੀ ਕੰਟਰੀ, ਉੱਥੇ ਜੇਲ੍ਹਾਂ ਬੰਦ ਹੋ ਗਈਆਂ ਨੇ, ਕਿਉਂਕਿ ਕ੍ਰਾਈਮ ਕਿੱਥੋਂ ਪੈਦਾ ਹੁੰਦਾ ਹੈ? ਕ੍ਰਾਈਮ ਬੇਰੁਜ਼ਗਾਰੀ ਤੋਂ ਪੈਦਾ ਹੁੰਦਾ। ਕ੍ਰਾਈਮ ਪੈਦਾ ਹੁੰਦਾ ਹੈ ਜਦੋਂ ਤੁਹਾਡੇ ਕੋਲ ਜੌਬ ਨਹੀਂ ਹੁੰਦੀਆਂ, ਜਦੋਂ ਤੁਹਾਡੇ ਕੋਲ ਸਾਧਨ ਨਹੀਂ ਹੁੰਦੇ, ਸੋਰਸਿਸ ਨਹੀਂ ਹੁੰਦੇ, ਤੁਹਾਡੇ ਖਰਚੇ ਹੁੰਦੇ ਨੇ, ਤਦ ਕ੍ਰਾਈਮ ਪੈਦਾ ਹੁੰਦਾ। ਸੋ ਇਹ ਗੱਲ ਸਮਝ ਨਹੀਂ ਪਏਗੀ, ਇਹਨਾਂ ਨੂੰ ਆਪਣੀ ਪ੍ਰਾਇਰਿਟੀਜ਼ ਚੇਂਜ ਕਰਨੀਆਂ ਪੈਣਗੀਆਂ। ਗੁਰਦੁਆਰਿਆਂ ਨੂੰ ਤੁਸੀਂ ਟੂਰਿਸਟ ਪਲੇਸ ਬਣਾ ਕੇ ਪੈਸੇ ਤੇ ਲੈ ਸਕਦੇ ਹੋ, ਪੈਸੇ ਲਗਾ ਕਿੱਥੇ ਰਹੇ ਹੋ, ਦੈਟ ਇਜ਼ ਮੋਸਟ ਇੰਪੋਰਟੈਂਟ। ਪਰ 90% ਸਿੱਖ ਖੁਸ਼ ਹੈ ਇੱਥੇ ਸੋਨਾ ਲੱਗ ਗਿਆ, 90% ਖੁਸ਼ ਹੈ ਕਿ ਬਾਡੀ ਬੜੀ ਅੱਛੀ ਬਣ ਗਈ, ਪਰ ਉਹਨਾਂ ਪੈਸਿਆਂ ਨੂੰ ਅਸੀਂ ਲਗਾ ਕਿੱਥੇ ਰਹੇ ਹਾਂ, ਇਹ ਬਹੁਤ ਇੰਪੋਰਟੈਂਟ ਹੈ। ਅੱਛਾ, ਇਹ ਸਾਰੀ ਡਿਸਕਸ਼ਨ ਦੇ ਵਿੱਚੋਂ ਇਹ ਗੱਲ ਚੀਜ਼ ਸਾਹਮਣੇ ਆ ਰਹੀ ਹੈ ਕਿ ਇਸ ਦੇ ਉੱਪਰ ਹੀ ਥੋੜਾ ਚਾਨਣਾ ਪਾ ਲਓ। ਇੱਕ ਟੌਪਿਕ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਨਾ, ਬਹੁਤ ਜ਼ਰੂਰੀ ਹੈ। ਤੁਸੀਂ ਲੰਗਰ ਦੇ ਵਿੱਚ ਕਦੀ ਕੋਈ ਦੇਖਣਾ ਆ, ਤੁਹਾਡੇ ਘਰ ਦਾ ਟਾਈਮ ਹੋਏਗਾ ਵਿੱਚ, ਜੀ ਜੀ, ਤੁਹਾਡੀ ਮੈਡਮ ਮਿਸਿਸ ਤੁਹਾਨੂੰ ਲੰਗਰ ਦਾ ਟਾਈਮ ਦੱਸਦੇ ਹੋਣਗੇ, ਸਵੇਰੇ ਜਾਂ ਨਾਸ਼ਤੇ ਦਾ, ਦੁਪਹਿਰ ਦਾ। ਪਰ ਇਹ ਤਾਂ ਨਹੀਂ ਹੋ ਸਕਦਾ ਕਿ ਸਾਰਾ ਦਿਨ ਉਹ ਤੁਹਾਡੇ ਪਾਸੇ ਲੰਗਰ ਹੀ ਪਕਾਉਂਦੀ ਰਹੇ। ਹਾਂ, ਤੇ ਫਿਰ ਇਹ ਗੱਲ ਸਮਝਣ ਵਾਲੀ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਜੇਕਰ ਇਹ ਸਾਰਾ ਦਿਨ ਦਾ ਲੰਗਰ ਦਾ ਸਿਸਟਮ ਹੈ, ਸਾਨੂੰ ਲੋਕਾਂ ਨੇ ਤਾਰੀਫ ਕਰਤੀ, ਇਹ ਆਪਣੇ ਆਪ ਦੇ ਵਿੱਚ ਪ੍ਰੋਜੈਕਟ ਹੈਗਾ ਜੀ, ਤੁਹਾਨੂੰ ਲੰਗਰ ਦਾ ਟਾਈਮ ਤੈਅ ਕਰਨਾ ਚਾਹੀਦਾ। ਜੇਕਰ ਅੱਜ, ਔਰ ਦੂਸਰੀ ਗੱਲ ਹੈ, ਪਹਿਲੇ ਪੁਰਾਣਾ ਇੱਕ ਸਿਸਟਮ ਸੀ। ਇਹ ਬੜੀ ਟੇਢੀ ਗੱਲ ਹੈ, ਹੋ ਸਕਦਾ ਲੋਕ ਮੇਰੀ ਆਲੋਚਨਾ ਕਰਨ ਇਸ ਟੌਪਿਕ ਦੇ ਬਾਰੇ, ਕਿਉਂਕਿ ਬੇਸਿਕਲੀ ਤੇਗ ਤੇ ਤੁਹਾਡੀ ਰਹੀ ਨਹੀਂ। ਤੇਗ ਅੱਜ ਰੂਪ ਵਿੱਚ ਕਲਮ ਸੀ, ਦੇਗ ਵੀ ਤੁਸੀਂ ਇਸ ਰੂਪ ਵਿੱਚ ਕਹਿਤੀ ਹੈ ਕਿ ਕ੍ਰਿਮੀਨਲ ਵੀ ਖਾ ਰਿਹਾ ਤੇ ਦੂਸਰਾ ਵੀ ਖਾ ਰਿਹਾ ਤੇ ਤੀਸਰਾ ਵੀ ਖਾ ਰਿਹਾ। ਮੈਨੂੰ ਅਰਸਾ ਹੋ ਜਾਂਦਾ ਹੈ ਮੈਂ ਕਿਸੇ ਸਮਾਗਮ ਦੇ ਵਿੱਚ ਕੋਈ ਪ੍ਰਸ਼ਾਦਾ ਛਕਣ ਵਾਸਤੇ ਹੋਵੇ, ਕਿਉਂਕਿ ਭਜਨ ਦੇ ਨਾਲ ਰਿਲੇਟਿਡ ਸੀ ਕਿ ਤੁਸੀਂ 6 ਵਜੇ ਪਹੁੰਚੇ ਹੋ, 10 ਵਜੇ ਤੱਕ ਦਾ ਸਮਾਗਮ, ਤਾਂ ਤੁਸੀਂ ਭੋਜਨ ਦੇ ਲਾਇਕ ਹੋ। ਅਦਰਵਾਈਜ਼ ਇਸ ਤਰੀਕੇ ਦਾ ਭੋਜਨ ਨਹੀਂ ਹੈ ਕਿ ਤੁਸੀਂ ਕਦੀ ਵੀ ਜਾ ਕੇ ਲੰਗਰ ਮੂੰਹ ਲਾ ਲਓ ਜੀ, ਛਕ ਲਓ ਜੀ। ਉਹ ਹੋਇਆ ਕਿ ਸਾਡਾ ਸਾਰਾ ਫੰਡ ਜਿਹੜਾ ਨਾ ਉਹ ਲੰਗਰ ਵਿੱਚ ਲੱਗ ਰਿਹਾ। ਬੇਸਿਕਲੀ ਟਾਈਮ ਹੋਵੇ ਨਾ ਹਰ ਜਗ੍ਹਾ 'ਤੇ, ਗੁਰਦੁਆਰੇ ਜਾਓਗੇ, ਆਮ ਗੁਰਦੁਆਰੇ ਉੱਥੇ ਟਾਈਮ ਤੈਅ ਨਹੀਂ, ਪਰ ਇੱਥੇ ਜਦੋਂ ਸਾਰਾ ਦਿਨ ਦੇ ਵਿੱਚ ਲੰਗਰ ਚੱਲਦਾ ਹੈ, ਉਹ ਵੀ ਪੈਸੇ ਦੀ ਇੱਕ ਬਰਬਾਦੀ ਹੈ ਜਿਹੜਾ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਲਗਾ ਸਕਦੇ ਹਾਂ। ਲੰਗਰ ਲੋੜ ਹੈ, ਲੰਗਰ ਬਣਿਆ ਆਸ਼ਰੇ ਵਾਸਤੇ, ਲੰਗਰ ਬਣਿਆ ਸ਼ਰਧਾਲੂ ਉਹਦੇ ਵਾਸਤੇ ਜਿਹੜਾ ਯਾਤਰੂ ਆਇਆ, ਲੰਗਰ ਬਣਿਆ ਲੋੜਵੰਦ ਵਾਸਤੇ, ਲੰਗਰ ਤੁਹਾਡੇ ਸਾਡੇ ਵਾਸਤੇ ਨਹੀਂ ਬਣਿਆ। ਸੋ ਇਸ ਗੱਲ ਨੂੰ ਵੀ ਸਮਝਣ ਦੀ ਲੋੜ ਹੈ। ਫਿਰ ਉਹੀ ਗੱਲ ਆ ਜਾਏਗੀ ਕਿ ਉਹ ਧਰਮ ਜਿਹੜਾ ਹੈਗਾ ਉਹ ਦਇਆ ਤੋਂ ਨਿਕਲਣਾ ਸੀ, ਉੱਥੋਂ ਗਿਆਨ ਆਉਣਾ ਸੀ, ਨੌਲੇਜ ਹੈ ਨਹੀਂ। ਯਾਨੀ ਕਿ ਜਿਹੜਾ ਲੰਗਰ ਹੈ ਇਸ ਦਾ ਵੀ ਇੱਕ ਟਾਈਮ ਹੋਣਾ ਚਾਹੀਦਾ, ਕਿਸ ਟਾਈਮ ਤੇ ਲੰਗਰ ਪੱਕੇਗਾ, ਕਿਸ ਟਾਈਮ ਤੇ ਲੰਗਰ ਵਰਤੇਗਾ। ਸਾਰਾ ਦਿਨ ਦੀ ਰੂਟੀਨ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਵੀ ਇੱਕ ਲੰਗਰ ਹੋਣਾ ਚਾਹੀਦਾ ਹੈ।
ਨਾਰਮਲ ਵੀਆਈਪੀ ਔਰ ਵੀਵੀਆਈਪੀ ਵੀ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬਾਨ ਨੇ ਇੱਕ ਲੰਗਰ ਬਣਾਇਆ ਸੀ। ਇਹ ਨਹੀਂ ਹੈ ਕਿ ਤੁਹਾਡੇ ਰੂਮ ਵਾਸਤੇ ਅਲੱਗ ਲੰਗਰ ਹੈ ਔਰ ਤੁਹਾਡੇ ਵੀਆਈਪੀਜ਼ ਵਾਸਤੇ ਐਨਆਰਆਈਜ਼ ਦੀ ਸਰਾਵਾਂ ਵਾਸਤੇ ਅਲੱਗ ਲੰਗਰ ਹੈ। ਇਹ ਵੀ ਇੱਕ ਆਪਣੇ ਆਪ ਵਿੱਚ ਇੱਕ ਮੁੱਦਾ ਹੈਗਾ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਨਾ, ਇੱਕ ਤੁਹਾਡਾ ਸਿਸਟਮ ਕਿੱਥੋਂ ਖਰਾਬ ਹੁੰਦਾ? ਤੁਸੀਂ ਬੱਚਿਆਂ ਦਾ ਪੇਪਰ ਕਰਾਉਂਦੇ ਹੋ, ਐਂਟਰੈਂਸ ਐਗਜ਼ਾਮ ਹੈ ਜੀ। ਤੁਹਾਡੇ ਗੁਰਦੁਆਰਾ ਕਮੇਟੀ ਦਾ ਮੈਂਬਰ ਕੋਈ ਵੀ ਕਾ ਕੇ ਕਿਸੇ ਵੀ ਇਲੈਕਸ਼ਨ ਵਿੱਚ ਖੜਾ ਹੋ ਜਾਂਦਾ ਹੈ, ਕੋਈ ਐਂਟਰੈਂਸ ਐਗਜ਼ਾਮ ਦਿੱਤਾ ਹੈ? ਕਿਸੇ ਕੋਲ ਕੋਈ ਐਂਟਰੈਂਸ ਐਗਜ਼ਾਮ ਹੈ? ਤੁਸੀਂ ਗੱਲ ਸਮਝੋ ਨਾ, ਪਹਿਲੇ ਤਾਂ ਤੁਸੀਂ ਅਗਰ ਘੋੜਾ ਕੋਈ ਅਰਬੀ ਲੱਭਣਾ ਹੈ ਤੇ ਨਸਲੀ ਘੋੜੇ ਪਹਿਲੇ ਖੜੇ ਕਰੋਗੇ, ਉਹਨਾਂ ਵਿੱਚੋਂ ਅਰਬੀ ਲੱਭੋਗੇ ਨਾ। ਇਹ ਤਾਂ ਨਹੀਂ ਹੈ ਗਲੀ ਮੁਹੱਲੇ ਚੋਂ ਕਿਹੜਾ ਵੀ ਹੋਇਆ ਹਾਂ ਬਈ ਪੈਸੇ ਲੜ ਸਕਦਾ ਹੈ, ਲੜ ਲੇਗਾ ਉਹਦੇ ਨਾਲ, ਤੇ ਕੋਲ ਪੈਸੇ ਆਏ ਨੇ। ਇਹ ਸਾਡਾ ਕ੍ਰਾਈਟੇਰੀਆ ਹੈ, ਇਸ ਕ੍ਰਾਈਟੇਰੀਆ ਦੇ ਮੁਤਾਬਕ ਅਸੀਂ ਬੰਦੇ ਖੜੇ ਕਰਦੇ ਹਾਂ। ਇਹਦੇ ਵਿੱਚ ਇੱਕ ਕੁਐਸਚਨ ਪੁੱਟ ਅਪ ਹੁੰਦਾ ਕਿ ਇਲੈਕਸ਼ਨਾਂ ਦੇ ਵਿੱਚ ਭਾਵੇਂ ਦਿੱਲੀ ਕਮੇਟੀ ਦੀ ਇਲੈਕਸ਼ਨ ਹੋਵੇ ਜਾਂ ਕਿਤੇ ਹੋਰ ਗੁਰਦੁਆਰੇ ਦੀ ਇਲੈਕਸ਼ਨ ਹੋਵੇ ਜਾਂ ਫਿਰ ਜਿਹੜਾ ਉਹ ਅੰਮ੍ਰਿਤਸਰ ਕਮੇਟੀ ਦੀ ਇਲੈਕਸ਼ਨ ਹੋਵੇ, ਇਹਨਾਂ ਇਲੈਕਸ਼ਨਾਂ ਵਿੱਚ ਤਿੰਨ ਚੀਜ਼ਾਂ ਆਪਾਂ ਵੇਖਦੇ ਹਾਂ। ਇੱਕ ਤੇ ਜਿਹੜੇ ਲੀਡਰ ਨੇ, ਦੂਜੀ ਸੰਗਤ ਹੈ, ਤੇ ਤੀਜੇ ਜਿਹੜੇ ਸਿਲੈਕਟਡ ਮੈਂਬਰ ਹੁੰਦੇ ਨੇ ਜਾਂ ਸਿਲੈਕਟ ਕੀਤਾ ਜਾਂਦਾ ਹੈ। ਇਹਨਾਂ ਦੀ ਕੁਆਲਿਟੀਜ਼ ਕੀ ਹੋਣੀ ਚਾਹੀਦੀ ਹੈ? ਕਿਉਂਕਿ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਇਸ਼ੂ ਤਾਂ ਹੀ ਉੱਠ ਰਹੇ ਨੇ ਕਿਉਂਕਿ ਕੁਆਲਿਟੀਜ਼ ਨਹੀਂ ਹੈਗੀਆਂ। ਦੇਖੋ, ਕ੍ਰਾਈਟੇਰੀਆ ਤਾਂ ਬਣਿਆ ਹੋਇਆ, ਪਰ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਕਿ ਇਹ ਕੰਮ ਹੋਵੇ। ਉਸ ਕ੍ਰਾਈਟੇਰੀਆ ਦੇ ਮੁਤਾਬਕ ਤੇ 50, 60, 70% ਮੈਂ ਤਾਂ ਕਹਿੰਦਾ ਬਾਕੀ ਗੱਲਾਂ ਛੱਡ ਦਿਓ। ਤੁਹਾਡੀ ਮੁੱਢਲੀ ਬਾਣੀ ਹੈ ਜਪਜੀ ਸਾਹਿਬ, ਘੱਟੋ ਘੱਟ ਇੱਕ ਕ੍ਰਾਈਟੇਰੀਆ ਤਾਂ ਰੱਖੋ, ਉਹਨੂੰ ਕੋਈ ਜਪਜੀ ਸਾਹਿਬ ਪਹਿਲੇ ਸੁਣਾ ਦੇ। ਦੂਸਰਾ ਸਵਾਲ ਆਉਂਦਾ ਹੈ, ਅੱਜ ਅਗਰ ਮੈਨੂੰ ਇਹ ਗੱਲ ਦੱਸੋ, ਪਿੱਛੇ ਮੋਦੀ ਸਾਹਿਬ ਦਾ ਜਿਹੜਾ ਉਹ ਹੋਇਆ ਸੀਗਾ ਬਿਆਨ, ਜਿਨ੍ਹਾਂ ਸਿੱਖਾਂ ਨੂੰ ਅਜੂਨੀ ਨਹੀਂ ਪਤਾ, ਸਹਿਬੰਗੀ ਨਹੀਂ ਪਤਾ, ਅਗਰ ਅਜੂਨੀ ਦਾ ਮਤਲਬ ਪਤਾ ਹੁੰਦੇ, ਸਹਿਬੰਗ ਦੇ ਮਤਲਬ ਪਤਾ ਹੁੰਦੇ, ਤਾਂ ਲੋਕ ਕਹਿੰਦੇ ਕੋਈ ਨਹੀਂ ਯਾਰ, ਜੋ ਬੋਲਿਆ ਠੀਕ ਹੈ, ਸਾਨੂੰ ਸਮਝ ਆ ਗਈ। ਜਦੋਂ ਉਹ ਜੂਨਾਂ 'ਚ ਪੈਦਾ ਹੀ ਨਹੀਂ ਹੁੰਦਾ, ਉਹ ਸਹਿਬੰਗ ਹੈ, ਇਹ ਮਤਲਬ ਹੀ ਨਹੀਂ ਪਤਾ, ਤਾਂ ਉਹਦੇ ਉੱਪਰ ਬਹਿਸ ਕਰਨ ਦਾ ਕਾਹਦੇ ਵਾਸਤੇ ਫਾਇਦਾ? ਹੁਣ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਤੁਸੀਂ ਜਿਸ ਉਹਦੀ ਗੱਲ ਕੀਤੀ ਹੈ, ਹੁਣ ਉਹ ਜਪਜੀ ਸਾਹਿਬ ਦੀ ਵਿਆਖਿਆ ਤੇ ਘੱਟੋ ਘੱਟ ਇੱਕ ਕ੍ਰਾਈਟੇਰੀਆ ਰੱਖ ਲਓ ਕਿ ਜਪਜੀ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਜਿਹੜਾ ਹੈ ਉਹ ਜਪਜੀ ਸਾਹਿਬ ਵਿੱਚ। ਤੁਸੀਂ ਆਪ ਪ੍ਰਚਾਰਕ ਸ਼੍ਰੇਣੀ ਤੋਂ ਤੁਸੀਂ ਜ਼ਿਆਦਾ ਬਿਹਤਰ ਸਮਝਦੇ ਹੋ ਮੇਰੇ ਨਾਲੋਂ। ਉਸ ਤੋਂ ਬਾਅਦ ਆਪਾਂ ਹੋਰ ਛੋਟਾ ਕਰ ਲਈਏ ਤਾਂ ਮੂਲ ਮੰਤਰ ਆ ਜਾਂਦਾ ਜਿਹਨੂੰ ਖੋਲ੍ਹਿਆ ਗਿਆ। ਜੇਕਰ ਬੜਾ ਕਿਹਾ ਜਾਂਦਾ ਕਿ ਆਸਾ ਦੀ ਵਾਰ ਕਿਸੇ ਦੇ ਘਰ ਵੜ ਜਾਵੇ ਨਾ, ਕੋਈ ਕਰਮ ਕਾਂਡ ਨਹੀਂ ਵੜ ਸਕਦਾ। ਹੁਣ ਜਪਜੀ ਸਾਹਿਬ ਜਿਹੜੇ ਸਿੱਖ ਨੂੰ ਪਤਾ ਚੱਲ ਗਿਆ, ਉਹਦੇ ਮੀਨਿੰਗ ਪਤਾ ਚੱਲ ਗਿਆ, ਉਹ ਐਸੀ ਬਾਣੀ ਹੈ ਕਿ ਸਾਰਾ ਸਾਲ ਅਧਿਐਨ ਚਾਹੁੰਦੀ ਹੈ। ਘੱਟੋ ਘੱਟ ਇਹੀ ਕ੍ਰਾਈਟੇਰੀਆ ਰੱਖ ਲਓ ਕਿ ਇਹਨੂੰ ਜਪਜੀ ਸਾਹਿਬ ਦੇ ਮੀਨਿੰਗ ਆਉਂਦੇ ਆ। ਮੈਂ ਦੇਖਦਾ ਤੁਹਾਡੀ 90% ਸਮੱਸਿਆ ਸੋਲਵ ਹੋ ਜਾਏਗੀ। ਕੈਂਡੀਡੇਟ ਆਉਣ ਤੋਂ ਪਹਿਲੇ ਸੰਕੋਚ ਕਰੇਗਾ। ਇਹ ਕੰਮ ਕੌਣ ਕਰੇਗਾ? ਇਹ ਤਿੰਨੋਂ ਪਾਰਟੀਆਂ ਕਰਨਗੀਆਂ, ਤਿੰਨੋਂ ਪਾਰਟੀਆਂ ਕਰਨਗੀਆਂ। ਹੁਣ ਇਹ ਤਿੰਨਾਂ ਪਾਰਟੀਆਂ ਦੇ ਵਿੱਚ ਇਤਨੀ ਹਿੰਮਤ ਹੈ ਕਿ ਇਸ ਸਟੈਪ 'ਤੇ ਕੰਮ ਕਰ ਸਕਣ? ਕਿਉਂਕਿ ਸਭ ਤੋਂ ਪਹਿਲੇ ਉਹਨਾਂ ਨੂੰ ਆਪਣੇ ਆਪ ਨੂੰ ਚੈੱਕ ਕਰਨਾ ਪਏਗਾ, ਸਾਨੂੰ ਆਉਂਦੇ ਨੇ। ਸੋ ਫਿਰ ਮੇਰੀ ਗੱਲ ਹੋਈ ਆ ਜਾਏਗੀ, ਦਇਆ ਦੇ ਬਿਹਾਵ 'ਤੇ ਧਰਮ ਹੈ, ਧਰਮ ਜਿਹੜਾ ਹੈ ਉਹ ਗਿਆਨ 'ਤੇ ਡਿਪੈਂਡ ਹੈ, ਜਾਂ ਗਿਆਨ ਤੈ ਧਰਮ ਹੈ। ਮੈਂ ਤਾਂ ਕਹਿ ਨਹੀਂ ਰਿਹਾ, ਗੁਰੂ ਨਾਨਕ ਸਾਹਿਬ ਕਹਿ ਰਹੇ। ਤੇ ਕੀ ਇਸ ਚੀਜ਼ ਨੂੰ ਸੰਗਤ ਜਿਹੜੀ ਹੈ ਚੇਂਜ ਕਰ ਸਕਦੀ ਹੈ? ਸੰਗਤ ਜਿਹੜੀ ਅਵੇਅਰਨੈਸ ਆਏ, ਬੜੀ ਇੰਪੋਰਟੈਂਟ ਸਵਾਲ ਹੈ ਤੁਹਾਡਾ। ਤੇ ਸੰਗਤ ਵਾਲੀ ਗੱਲ ਤਾਂ ਤੁਸੀਂ ਸਮਝ ਲਓ ਜੀ। ਮੈਂ ਤੁਹਾਨੂੰ ਪਹਿਲੇ ਰੇਸ਼ੋ ਦੱਸਤੀ, 15 ਲੱਖ ਆਬਾਦੀ ਤੋਂ ਲੈ ਕੇ ਸਾਰੀ ਗੱਲ ਸਮਝਾਤੀ। 1.5 ਲੱਖ, 1 ਲੱਖ, 2 ਲੱਖ ਵੋਟ ਪੈਂਦੀ ਹੈ। ਹੁਣ ਪੋਜੀਸ਼ਨ ਹੈ ਕਿ ਲੋਕ ਅੱਜ ਦੀ ਡੇਟ ਦੇ ਵਿੱਚ ਨਾ ਮੈਟੀਰੀਅਲਿਸਟਿਕ ਹੋ ਚੁੱਕੇ ਨੇ। ਉਹ ਆਪਣੀਆਂ ਲੋੜਾਂ ਦੇ ਨਾਲ ਜੁੜੇ ਹੋਏ ਨੇ ਕਿ ਮੇਰਾ MCD ਦਾ ਕੰਮ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਨੂੰ ਇਹ MCD ਦੇ ਮੈਂਬਰ ਸਮਝਦੇ ਨੇ। ਮੇਰਾ ਇਹ ਕੰਮ ਵੀ ਕਰਾਏਗਾ, ਮੇਰੀ ਫੇਲ ਬੱਚਾ ਪਾਸ ਵੀ ਕਰਾਏਗਾ, ਮੇਰੀ ਕੁੜੀ ਨੂੰ ਨੌਕਰੀ ਵੀ ਲਵਾਏਗਾ। ਇਹ ਸਾਡੇ ਕੰਮ ਹੋ ਚੁੱਕੇ ਨੇ। ਤੁਸੀਂ ਮੈਨੂੰ ਇਹ ਗੱਲ ਦੱਸੋ ਨਾ, ਧਰਮ ਦੇ ਸੇਵਕ ਮੈਦਾਨ ਦੇ ਵਿੱਚ ਕਿਹੜਾ ਤੁਹਾਨੂੰ ਇਲਾਕੇ ਦੇ ਵਿੱਚ ਕੰਮ ਕਰਦਾ ਨਜ਼ਰ ਆਏਗਾ? ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਤਨਾ ਗੁਰੂ ਸਾਹਿਬਾਨ ਦਾ ਟੀ ਹੋਈ ਖੇਡ ਹੈ ਪੂਰੀ, 2-2.5 ਘੰਟੇ ਡੇਲੀ ਸਟੱਡੀ ਕਰੀਏ ਨਾ, ਫਿਰ ਵੀ ਘੱਟ ਹੈ। ਤਾਂ ਸਭ ਤੋਂ ਪਹਿਲੇ ਤਾਂ ਆਪਣਾ ਜੀਵਨ ਬਣਾਉਣ ਦੀ ਲੋੜ ਹੈ ਉਹਨਾਂ ਮੈਂਬਰਸ ਨੂੰ। ਉਸ ਤੋਂ ਬਾਅਦ ਉਹ ਬਾਜ਼ਾਰ ਵਿੱਚ ਜਾਣ, ਤਦ ਲੋਕਾਂ ਨੂੰ ਦੇਣ। ਲੋਕਾਂ ਦੀ ਰੁਚੀ ਜਿਹੜੀ ਹੈ ਨਾ, ਅੱਜ ਜਿਹੜੀ ਵੋਟ ਬੈਂਕ ਹੈ, ਜਿਹੜਾ ਪਿਆਰ ਰੱਖਦਾ ਹੈ, ਪ੍ਰੇਮ ਰੱਖਦਾ ਗੁਰੂ ਸਾਹਿਬਾਨ ਨਾਲ, ਉਹ ਵੋਟ ਪਾਣ ਹੀ ਨਹੀਂ ਜਾ ਰਿਹਾ। ਅਤੇ ਇਹਨਾਂ ਲੋਕਾਂ ਨੂੰ ਮਿਹਨਤ ਕਰਨ ਦੀ ਲੋੜ ਹੈ। ਉਹਨਾਂ ਲੋਕਾਂ 'ਤੇ ਜੇਕਰ ਬਦਲਾਵ ਚਾਹੁੰਦੇ ਹੋ ਔਰ ਆਪਣੇ ਆਪ ਨੂੰ ਅੱਛੀ ਪਾਰਟੀ ਕਹਿੰਦੇ ਹੋ, ਤੇ ਉਹਨਾਂ ਲੋਕਾਂ ਨੂੰ ਅਪਰੋਚ ਕਰੋ ਜਿਹੜੇ ਲੋਕ ਵੋਟ ਪਾਣ ਨਹੀਂ ਆ ਰਹੇ, ਜਿਹੜੇ ਲੋਕਾਂ ਦਾ ਇੰਟਰਸਟ ਤੁਹਾਡੀਆਂ ਕਾਰਨ ਖਰਾਬ ਹੋ ਚੁੱਕਾ ਹੈ। ਇੰਟਰਸਟ ਨਹੀਂ ਲੈ ਰਹੇ, ਲੋਕਾਂ ਦਾ ਇੰਟਰਸਟ ਹੈ ਹੀ ਨਹੀਂ। ਸੋ ਬੇਸਿਕਲੀ ਇੱਕ 1.5-2 ਲੱਖ ਬੰਦਿਆਂ ਦੇ ਵਿੱਚੋਂ ਜਿਹੜੀ ਟੀਮ ਚੁਣ ਕੇ ਆਉਂਦੀ ਹੈ, ਉਹਦੇ ਵਿੱਚੋਂ ਤੁਸੀਂ ਕੀ ਉਮੀਦ ਕਰੋਗੇ? ਅੱਛਾ ਭਾਈ ਸਾਹਿਬ ਜੀ, ਹੁਣੇ ਹੀ ਜਿਹੜਾ ਦਿੱਲੀ ਗੁਰਦਾਸਪੁਰ ਕਮੇਟੀ ਨੇ ਨਾਮਧਾਰੀ ਬੀਬੀ ਰਣਜੀਤ ਕੌਰ ਜੀ ਨੂੰ ਪ੍ਰਧਾਨ ਬਣਾਇਆ ਸੀਗਾ, ਅਤੇ ਉਸ ਦੇ ਉੱਪਰ ਕਾਫੀ ਵਿਵਾਦ ਵੀ ਹੋਇਆ ਅਤੇ ਬਿਆਨਬਾਜ਼ੀ ਵੀ ਹੋਈ ਹੈ। ਉਸ ਬਾਰੇ ਆਪ ਜੀ ਕੀ ਕਹਿਣਾ? ਮੈਨੂੰ ਇਹ ਗੱਲ ਦੱਸੋ, ਨਾਮਧਾਰੀ ਵੋਟ ਪਾ ਸਕਦਾ?
ਨਾਮਧਾਰੀ ਵੋਟ ਜਿਹੜੀ ਹੈ ਉਹ ਬਣੀ ਹੋਈ ਹੈ ਤੁਹਾਡੇ। ਤੁਸੀਂ ਜਾਓ ਮਾਨਸਰੋਵਰ ਗਾਰਡਨ ਦੇ ਵਿੱਚ, ਉੱਥੇ ਵੋਟ ਪੈਂਦੀ ਹੈ। ਤੁਸੀਂ ਜਾਓ ਸ਼ਾਹਪੁਰੇ ਦੇ ਵਿੱਚ, ਉੱਥੇ ਵੋਟ ਪੈਂਦੀ ਹੈ। ਚੈੱਕ ਕਰ ਲੈਣ, ਉਹ ਵੋਟ ਪੈਂਦੀ ਹੈ। ਜੇਕਰ ਉਹ ਵੋਟ ਪਾ ਕੇ ਆਉਂਦੇ ਹੈ ਤਾਂ ਉਹਨਾਂ ਦੇ ਕੈਂਡੀਡੇਟ ਵੀ ਖੜਾ ਹੋਏਗਾ। ਜਦੋਂ ਕੈਂਡੀਡੇਟ ਬਣੇਗਾ ਤਾਂ ਉਹ ਪ੍ਰਧਾਨ ਵੀ ਬਣੇਗਾ। ਭਾਈ ਸਾਹਿਬ, ਸਭ ਤੋਂ ਪਹਿਲੇ ਤਾਂ ਗੱਲ ਹੈ ਕਿ ਤੁਸੀਂ ਸਿਸਟਮ ਦੇਖੋ ਨਾ ਪਿੱਛੋਂ ਦੀ। ਤੁਸੀਂ ਸਿਸਟਮ ਵਿਗਾੜਦੇ ਹੋਏ ਆ ਰਹੇ ਹੋ ਔਰ ਅੱਗੇ ਆ ਕੇ ਉਮੀਦ ਕਰੋ ਕਿ ਹੁਣ ਇਹ ਨਾ ਹੋਵੇ। ਹਾਊ ਇਟ ਇਜ਼ ਪੋਸੀਬਲ? ਚੀਜ਼ ਨੂੰ ਵਿਗਾੜਨ ਵਾਲੇ ਤਾਂ ਤੁਸੀਂ ਆਪ ਹੋ। ਵੋਟਿੰਗ ਰਾਈਟ ਤੁਸੀਂ ਦਿੱਤਾ ਹੋਇਆ। ਜੇਕਰ ਵੋਟਿੰਗ ਰਾਈਟ ਦਿੱਤਾ ਹੋਇਆ ਹੈ, ਉਸ ਤੋਂ ਬਾਅਦ ਤੁਸੀਂ ਮੈਂ ਤੇ ਇੱਕ ਸਾਹਿਬਪੁਰਾ ਕਾਂਸਟੀਚੁਐਂਸੀ ਹੈ, ਮੈਂ ਬੜਾ ਹੈਰਾਨ ਹੋਣਾ ਜੀ। ਉਹਦੇ ਵਿੱਚ ਇੱਕ ਗਲੀ ਦੇ ਵਿੱਚ ਗੁਜ਼ਰਦੇ ਜਾਓ, ਤੁਹਾਨੂੰ ਲੈਕਚਰ ਡਿਫਰੈਂਟ ਦੇਣਾ ਪਏਗਾ। ਜਿਹੜੀ ਗੱਲ ਤੁਸੀਂ ਇੱਥੇ ਬੋਲਣੀ ਉੱਥੇ ਨਹੀਂ ਬੋਲਣੀ, ਜਿਹੜੀ ਉੱਥੇ ਬੋਲਣੀ ਉੱਥੇ ਨਹੀਂ ਬੋਲਣੀ। ਔਰ ਉਸ ਸਿਸਟਮ ਦੇ ਵਿੱਚੋਂ ਸਾਡਾ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਾਹਰ ਆਉਂਦਾ, ਉਹ ਵਿਚਾਰਾ ਕੀ ਕਰੇਗਾ ਵੋਟਾਂ ਉੱਥੇ ਕੀ ਵੱਖਰੇ ਵੱਖਰੇ ਵਿਚਾਰਧਾਰਾ ਵਾਲੇ ਹੈਗੇ ਕਿਹਦਾ? ਇੱਕ ਗਲੀ ਨੀਲਧਾਰੀਆਂ ਦੀ ਹੈ, ਦੂਸਰੀ ਗਲੀ ਨਾਮਧਾਰੀਆਂ ਦੀ ਹੈ, ਤੀਸਰੀ ਗਲੀ ਇੱਕ ਡੇਰੇ ਵਾਲੇ ਬੈਠੇ ਨੇ। ਹੁਣ ਜਦੋਂ ਤੁਸੀਂ ਉਹਨਾਂ ਨੂੰ ਸੰਬੋਧਨ ਕਰੋਗੇ, ਉਹਨਾਂ ਦੇ ਅਗੇਂਸਟ ਦੀ ਗੱਲ ਥੋੜ੍ਹੀ ਕਰ ਲਓਗੇ। ਸੋ ਇਹ ਸਿਸਟਮ ਜਿਹੜਾ ਬਣਾਇਆ ਹੈ ਨਾ ਅਸੀਂ, ਇਹ ਬੰਦਸ਼ਾਂ ਦੇ ਵਿੱਚ ਬੱਝਿਆ ਹੋਇਆ। ਉਹ ਬੱਝੇ ਹੋਏ ਸਿਸਟਮ ਦੇ ਵਿੱਚ ਇੱਕ ਆਦਮੀ ਜਦੋਂ ਇਲੈਕਸ਼ਨ ਦੇ ਵਿੱਚ ਆਉਣਾ ਚਾਹੁੰਦਾ ਤਾਂ ਉਹ ਵੀ ਬੱਝ ਜਾਂਦਾ। ਸੋ ਅਪੋਜ਼ ਕਰਨ ਤੋਂ ਪਹਿਲੇ ਆਪਣੀ ਪੀੜੀ ਥੱਲੇ ਯਾਨੀ ਕਿ ਸਿਸਟਮ ਜਿਹੜਾ ਉਹ ਸਿਸਟਮ ਹੀ ਖਰਾਬ ਹੈ ਸਾਡਾ। ਇਲੈਕਸ਼ਨ ਹੀ ਖਰਾਬ ਹੈ। ਇਲੈਕਸ਼ਨ ਹੀ ਖਰਾਬ ਹੈ। ਇਲੈਕਸ਼ਨ ਹੀ ਖਰਾਬ ਹੈ। ਗੁਰੂ ਸਾਹਿਬ ਨੇ ਅਗਰ ਇਲੈਕਸ਼ਨ ਲੜਨੀ ਹੁੰਦੀ ਤੇ ਸਾਰੀ ਹਿਸਟਰੀ ਚੇਂਜ ਹੁੰਦੀ। ਫਿਰ ਤਾਂ ਸ਼੍ਰੀ ਚੰਦ ਹੋਰਾਂ ਦੇ ਨਾਲ ਸਪੋਰਟਰ ਬਹੁਤ ਜ਼ਿਆਦਾ ਸੀਗੇ। ਅਗਰ ਵੋਟਾਂ 'ਤੇ ਜਾਣਾ ਹੁੰਦਾ ਤਾਂ ਸ਼੍ਰੀ ਚੰਦ ਜੀ ਆ ਗਏ ਹੁੰਦੇ, ਗੁਰੂ ਅੰਗਦ ਸਾਹਿਬ ਨਾ ਆਉਂਦੇ। ਅੱਗੇ ਵੀ ਤੁਸੀਂ ਚੱਲਦੇ ਜਾਓ ਤਾਂ ਫਿਰ ਉਹ ਗੱਲ ਇਸ ਤਰ੍ਹਾਂ ਨਾ ਚੱਲਦੀ। ਜਿੱਥੇ ਜਿੱਥੇ ਸਰੀਰ ਫਸਲ ਤਿਆਰ ਸੀ, ਗੁਰੂ ਸਾਹਿਬ ਨੇ ਉਹਨੂੰ ਤਵੱਜੋ ਦਿੱਤੀ ਹੈ। ਪਹਿਲੇ ਪੋਤਰੇ ਨੂੰ ਗਈ ਹੈ, ਫਿਰ ਦਾਦੇ ਨੂੰ ਆਈ ਹੈ, ਕਿਉਂਕਿ ਉਹ ਭਰਪੂਰ ਸੀ, ਉੱਥੇ ਫਸਲ ਤਿਆਰ ਸੀ। ਸੋ ਇਹ ਗੱਲ ਸਮਝਣ ਦੀ ਲੋੜ ਹੈ। ਹੁਣ ਇਹ ਸਿੱਖ ਕਿਤਨਾ ਜਾਗਰੂਕ ਹੈ, ਕਿਤਨੀ ਸਮਝ ਰਿਹਾ ਹੈ। ਮੂੰਹ ਅੰਧੇਰੇ ਤੁਸੀਂ ਆਸਾ ਦੀ ਬਾਤ ਕਰਨੀ ਹੈ, ਮਤਲਬ ਕੱਖ ਨਹੀਂ ਸਮਝ ਆਉਂਦਾ। ਜਿਹੜੇ ਦਰਬਾਰ ਸਾਹਿਬ ਦੇ ਮੀਨਿੰਗ ਆ ਰਹੇ ਨੇ, ਗੁਰਮਤ ਦੀ ਲੈਂਗੁਏਜ ਦੇ ਉੱਪਰ ਆ ਰਹੀ ਹੈ ਪੰਜਾਬੀ 'ਚ, ਥੱਲੇ ਮੀਨਿੰਗ ਆ ਰਹੇ ਨੇ ਇੰਗਲਿਸ਼ 'ਚ। ਕਿਸੇ ਨੇ ਅਪੋਜ਼ ਕੀਤਾ ਕਿਸੇ ਲੀਡਰ ਨੇ ਕਿ ਥੱਲੇ ਪੰਜਾਬੀ ਦੇ ਮੀਨਿੰਗ ਪਾ ਦਿਓ, ਅੱਧੇ ਮੀਨਿੰਗ ਚੇਂਜ ਹੋ ਜਾਂਦੇ ਨੇ, ਤਾਂ ਲੋਕਾਂ ਨੂੰ ਸਮਝ ਕਿੱਥੋਂ ਆਣੀ ਹੈ? ਚਾਰ ਜੱਥੇ ਬਣੇ ਨੇ ਸੁਖਮਨੀ ਸਾਹਿਬ ਦੇ, 4 ਬੀਬੀਆਂ ਜੱਥੇ ਕਰ ਰਹੀਆਂ, ਮੀਨਿੰਗ ਇੱਕ ਨਹੀਂ ਪਤਾ। ਤਾਂ ਉੱਥੋਂ ਕੀ ਬਾਹਰ ਆ ਰਿਹਾ? ਬ੍ਰਹਮ ਗਿਆਨੀ ਬਾਹਰ ਆ ਰਿਹਾ, ਸੰਤ ਬਾਹਰ ਆ ਰਿਹਾ, ਉਹਦੀ ਡੈਫੀਨੇਸ਼ਨ ਕਿਸੇ ਨੂੰ ਪਤਾ ਨਹੀਂ। ਅਸੀਂ ਕਹਿ ਸਕਦੇ ਹਾਂ ਕਿ ਸਾਡੇ ਜਿਹੜਾ ਨਿਜ਼ਾਮ ਹੀ ਆ, ਉਹ ਨੀਚੇ ਤੋਂ ਲੈ ਕੇ ਉੱਪਰ ਦਾ ਸਾਰਾ ਨਿਜ਼ਾਮ ਹੀ ਜਿਹੜਾ ਉਹ ਇੱਕ ਕਿਸਮ ਦਾ ਕਿ ਬੇਗਿਆਨਾ ਬੇਧਿਆਨਾ ਹੋ ਚੁੱਕਿਆ। ਮੈਂ ਪਿਛਲੇ ਦਿਨਾਂ ਦੀ ਗੱਲ ਕਹੀ ਸੀਗੀ ਕਿ 365 ਦਿਨ ਹੁੰਦੇ ਸਾਲ ਵਿੱਚ। ਅਗਰ ਅਕਾਲ ਤਖਤ ਦਾ ਜਥੇਦਾਰ ਅਨਬਾਇਸਡ ਹੋ ਕੇ ਜਿਹੜੇ ਕੌਮ ਦੇ ਉਲਝੇ ਹੋਏ ਮਸਲੇ ਹੈ ਇਹਨਾਂ ਦੇ ਉੱਪਰ ਵਿਚਾਰ ਕਰਨੀ ਸ਼ੁਰੂ ਕਰੇ ਨਾ, ਉਹ 365 ਦਿਨ ਲਗਾਤਾਰ ਬਿਜ਼ੀ ਰਹੇਗਾ ਹੁਕਮਨਾਮੇ ਜਾਰੀ ਕਰਨ ਵਿੱਚ। ਇਤਨੇ ਮਸਲੇ ਤੁਸੀਂ ਫਸਾ ਕੇ ਰੱਖੇ ਹੋਏ। ਪਰ ਮਤਲਬ ਇਹ ਹੈ ਕਿ ਉਹ ਉੱਥੇ ਹੀ ਕੰਮ ਕਰਦਾ ਹੈ ਜਿੱਥੇ ਕੰਟਰੋਵਰਸੀ ਹੈ। ਜਿੱਥੇ ਕੋਈ ਮਸਲਾ ਅਗਰ ਖਰਾਬ ਪਿਆ, 2004 ਦੇ ਵਿੱਚ ਜਦੋਂ ਤੁਸੀਂ 300 ਸਾਲਾ ਮਨਾਉਂਦੇ ਹੋ, ਕਿਤਾਬਾਂ ਛਪਦੀਆਂ ਨੇ, ਉਹ ਕਿਤਾਬਾਂ ਦੇ ਵਿੱਚ ਸਿੱਖ ਹਿਸਟਰੀ ਗਲਤ ਪਾਈ ਜਾਂਦੀ ਹੈ। ਉਹ ਅੱਜ ਤੱਕ ਤੁਹਾਡਾ ਮਸਲਾ ਪੈਂਡਿੰਗ ਪਿਆ। ਸ਼੍ਰੋਮਣੀ ਕਮੇਟੀ ਨੇ ਛਾਪੀ, ਬਲਦੇਵ ਸਿੰਘ ਸਿਰਸਾ ਪਿੱਟਦਾ ਰਹਿ ਗਿਆ, ਇੱਥੋਂ ਸਰਨਾ ਜੀ ਨੇ ਅਪੋਜ਼ ਕੀਤਾ, ਪਿੱਟਦੇ ਰਹਿ ਗਏ। ਫੈਸਲਾ ਕੀ ਹੋਇਆ? ਕੁਛ ਵੀ ਨਹੀਂ ਹੋਇਆ। ਸੋ ਕਹਿਣ ਦਾ ਮਤਲਬ ਹੈ ਜਿਹੜੀਆਂ ਥਾਵਾਂ 'ਤੇ ਤੁਸੀਂ ਰਿਸਪੌਂਸੀਬਲ ਲੋਕ ਬਿਠਾਏ ਹੈ ਔਰ ਉਹ ਆਪਣੀ ਰਿਸਪੌਂਸੀਬਿਲਿਟੀ ਨੂੰ ਨਿਭਾ ਨਹੀਂ ਰਹੇ। ਮੈਨੂੰ ਇੱਕ ਗੱਲ ਦੱਸੋ ਨਾ, ਐਕਟਿੰਗ ਵਰਡ ਜਿਹੜਾ ਹੈ ਨਾ, ਉਹਦੇ ਵਿੱਚ ਐਕਟਿੰਗ ਹੀ ਹੈ। ਮੇਰੀ ਗੱਲ ਸਮਝ ਗਏ ਹੋ ਨਹੀਂ? ਬਿਲਕੁਲ। ਐਕਟਿੰਗ ਵਰਡ ਜਿਹੜਾ ਹੈ ਨਾ, ਉਹਦੇ ਵਿੱਚ ਟੋਟਲੀ ਐਕਟਿੰਗ ਹੈ। ਯੂ ਹੈਵ ਟੂ ਐਕਟ ਅਕੋਰਡਿੰਗ ਟੂ ਹੂ ਇਜ਼ ਆਪਰੇਟਿੰਗ। ਯਾਨੀ ਸਰ ਸਾਰਾ ਬਾਹਰਲਾ ਦਿਖਾਵਾ ਹੋ ਰਿਹਾ, ਐਕਟਿੰਗ ਹੋ ਰਹੀ ਹੈ। ਐਕਟਿੰਗ ਅਕਾਲ ਤਖਤ ਦਾ ਜਥੇਦਾਰ ਹੈ ਜੀ, ਐਕਟਿੰਗ ਹੀ ਬੋਲ ਰਹੇ ਹਨ। ਹੁਣ ਆਫਟਰ ਆਲ ਇੱਕ ਬੰਦੇ ਕੋਲੋਂ ਤੁਸੀਂ ਉਮੀਦ ਕਰੋਗੇ, ਕਿੰਨੀ ਕੁ ਉਮੀਦ ਕਰ ਲੋਗੇ? ਜਦ ਤੱਕ ਉਹਦੀ ਸਿਲੈਕਸ਼ਨ ਬਾਡੀ ਫਿਰ ਰਾਜਨੀਤਿਕ ਉਹਨੂੰ ਧਰਮ ਨੂੰ ਅਪਾਇੰਟ ਕਰ ਰਹੀ ਹੈ, ਫਿਰ ਮੇਰੀਆਂ ਗੱਲਾਂ ਉੱਥੇ ਆਸ-ਪਾਸ ਹੀ ਰਹਿਣਗੀਆਂ। ਉਹ ਫਿਰ ਉੱਥੇ ਆ ਜਾਓਗੇ। ਇਸ ਰਾਜਨੀਤਿਕ ਮਾਹੌਲ ਦੇ ਵਿੱਚ ਅੱਜ ਅਸੀਂ ਵੇਖ ਰਹੇ ਹਾਂ ਕਿ ਦਿੱਲੀ ਇਲੈਕਸ਼ਨਾਂ ਦੇ ਵਿੱਚ ਜਿਹੜਾ ਸੰਗਤਾਂ, ਕਦੇ ਹੁਣ ਵਡਾਲਾ ਜੀ ਵੀ ਵਿੱਚ ਆ ਗਏ ਨੇ, ਪਿਛਲੀ ਵਾਰ ਵੀ ਆਏ ਹੋਏ ਸੀਗੇ, ਤੇ ਵਡਾਲਾ ਜੀ ਦਾ ਜਿਹੜਾ ਉਹ ਕਿੰਨਾ ਕੁ ਅਸਰ ਰਹੇਗਾ ਇਹਨਾਂ ਇਲੈਕਸ਼ਨਾਂ ਦੇ ਵਿੱਚ? ਦੇਖੋ, ਐਕਚੁਅਲੀ ਕੀ ਹੈ ਕਿ ਰਾਹ ਪਏ ਤੇ ਵਾਹ ਪਏ। ਇੱਕ ਪਹਿਲੀ ਲਾਈਨ ਦੇ ਵਿੱਚ ਜਿਸ ਐਕਚੁਅਲੀ ਕੀ ਹੁੰਦਾ ਹੈ, ਕਾਂਸ਼ੀ ਰਾਮ ਬੜੀ ਵਧੀਆ ਗੱਲ ਕਹਿੰਦਾ ਸੀ। ਕਹਿੰਦਾ ਪਹਿਲੀ ਇਲੈਕਸ਼ਨ ਹਾਰਨ ਵਾਸਤੇ ਹੁੰਦੀ, ਦੂਜੀ ਇਲੈਕਸ਼ਨ ਹਰਵਾਉਣ ਵਾਸਤੇ ਹੁੰਦੀ, ਤੇ ਤੀਜੀ ਇਲੈਕਸ਼ਨ ਜਿੱਤਣ ਵਾਸਤੇ ਹੁੰਦੀ। ਹੁਣ ਬੇਸਿਕਲੀ ਇਹ ਆਏ ਅਗਰ ਇਸ ਬਿਹਾਫ 'ਤੇ ਵੀ ਲੈ ਕੇ ਚੱਲੇ, ਪਹਿਲੀ ਹਾਰ ਚੁੱਕੇ ਨੇ,
ਹੁਣ ਦੂਜੀ ਇਕਾਈਆਂ ਨੂੰ ਹਰਵਾਣਗੇ ਹੁਣ ਕਾਰਨ ਕੀ ਹੈ ਇਹਨਾਂ ਦੀ ਪਾਲਿਸੀਜ਼ ਕੁਝ ਨਹੀਂ ਪਤਾ। ਇੱਕ ਨਾ ਬੜਾ ਇੰਪੋਰਟੈਂਟ ਮੇਰਾ ਮੁੱਦਾ ਹੈ ਜੀ। ਮੈਂ ਅੱਜ ਕੱਲ੍ਹ ਲੋਕਾਂ ਨੂੰ ਦੇਖ ਰਿਹਾ, ਕਦੀ ਉਹ 10 ਬੰਦੇ ਉਹਨੂੰ ਜੁਆਇਨ ਕਰ ਰਹੇ ਨੇ, 10 ਬੰਦੇ ਉਹਨੂੰ ਜੁਆਇਨ ਕਰ ਰਹੇ ਨੇ, ਰੋਜ਼ ਹੀ ਬਿਆਨ ਆ ਰਹੇ ਨੇ, ਕੋਈ ਰੋਜ਼ ਹੀ ਕੋਈ ਕਿਸੇ ਕੋਈ ਜੁਆਇਨ ਕਰ ਰਿਹਾ ਹੈ। ਮੈਂ ਯੰਗਸਟਰਸ ਨੂੰ ਪੁੱਛਣਾ ਚਾਹਨਾ, ਤੁਸੀਂ ਚਿਹਰਾ ਦੇਖ ਰਹੇ ਹੋ ਇਹਨਾਂ ਦਾ, ਕੱਪੜੇ ਦੇਖ ਰਹੇ ਹੋ ਜਾਂ ਫੈਸ਼ਨ ਸਟਾਈਲ ਦੇਖ ਰਹੇ ਹੋ, ਵੇਸ਼ਭੂਸ਼ਾ ਦੇਖ ਰਹੇ ਹੋ, ਕੀ ਚੀਜ਼ ਦੇਖ ਰਹੇ ਹੋ? ਅਜੇ ਮੈਨੀਫੈਸਟੋ ਤੇ ਆਇਆ ਨਹੀਂ। ਇਹਨਾਂ ਨੇ ਕੋਈ ਮੈਨੀਫੈਸਟੋ ਕਿਸੇ ਪਾਰਟੀ ਨੇ ਜਾਰੀ ਨਹੀਂ ਕੀਤਾ। ਔਰ ਤੁਹਾਨੂੰ ਪਤਾ ਹੈ ਵੈਸੇ ਮੈਨੀਫੈਸਟੋ ਕਦੋਂ ਜਾਰੀ ਹੁੰਦਾ? ਮੈਨੀਫੈਸਟੋ ਇਲੈਕਸ਼ਨ ਦੇ 4 ਜਾਂ 5 ਦਿਨ ਪਹਿਲੇ ਇਹ ਇਲੈਕਸ਼ਨ ਜੁਆਇਨ ਕਰਦੇ ਨੇ। ਲੋਕ ਐਵੇਂ ਦੀਵਾਨੇ ਹੋਏ ਫਿਰਦੇ ਨੇ, ਐਵੇਂ ਚੱਲੇ ਹੋਏ ਫਿਰਦੇ ਹੋ ਯਾਰ। ਕਿਸ ਕਰਕੇ ਤੁਸੀਂ ਜੁਆਇਨ ਕਰਨ ਜਾ ਰਹੇ ਹੋ ਯਾਰ? ਨਾ ਉਹਨੇ ਕੋਈ ਪਾਲਿਸੀ ਕਲੀਅਰ ਕੀਤੀ। ਮੇਰਾ ਤਾਂ ਸਿੱਧਾ ਸਵਾਲ ਹੈ, ਜੇਕਰ ਤੁਸੀਂ ਚਾਹੁੰਦੇ ਹੋ, ਦੇਖੋ ਜੀ ਗੱਲ ਕਿਵੇਂ ਹੈ, ਮੈਂ ਗੱਡੇ ਵਿੱਚ ਗਿਰਨਾ ਹੈ, ਖੂਹ 'ਚ ਗਿਰਨਾ ਹੈ ਜਾਂ ਨਾਲੀ 'ਚ ਗਿਰਨਾ ਹੈ। ਮੈਂ ਨਹੀਂ ਕਹਿੰਦਾ ਕਿਹੜਾ ਕੀ ਹੈ, ਗਿਰਨਾ ਤੇ ਹੈ। ਘੱਟੋ ਘੱਟ ਮੈਨੂੰ ਇਹ ਤਾਂ ਪਤਾ ਹੋਵੇ ਇਹਦੇ ਵਿੱਚ ਗਿਰਨ ਨਾਲ ਮੈਨੂੰ ਘੱਟ ਸੱਟ ਵੱਜਣੀ ਹੈ। ਡਿੱਗਣਾ ਤਾਂ ਤਿੰਨਾਂ 'ਚ ਹੀ ਹੈ, ਸਿੱਖਾਂ ਦਾ ਇਹੀ ਹਾਲ ਹੈ, ਤਿੰਨਾਂ 'ਚੋਂ ਕਿਤੇ ਨਾ ਕਿਤੇ ਡਿੱਗਣਗੇ। ਹੁਣ ਉਹ ਚੌਥਾ ਵੀ ਆ ਜਾਂਦਾ ਜੀ, ਮੈਂ ਵੀ ਤਿਆਰ ਹਾਂ ਜੀ। ਹੁਣ ਪੋਜੀਸ਼ਨ ਹੈ ਕਿ ਫਸਟ ਪ੍ਰਾਇੋਰਟੀ, ਸੈਕੰਡ ਪ੍ਰਾਇੋਰਟੀ, ਥਰਡ ਪ੍ਰਾਇੋਰਟੀ। ਇੰਗਲੈਂਡ ਦੇ ਵਿੱਚ ਜਿਵੇਂ ਵੋਟਿੰਗ ਹੁੰਦੀ ਹੈ, ਤੁਸੀਂ ਇੱਥੇ ਕਰਾਓ, ਇੱਕ ਡਿਫਰੈਂਟ ਜਿਹਾ ਪਹਿਲੂ ਬਾਹਰ ਆਏਗਾ। ਕੋਈ ਧਾਰਮਿਕ ਸਿੱਖ ਜਿਹੜਾ ਹੈ ਨਾ, ਉਹ ਵਡਾਲਾ ਸਾਹਿਬ ਨੂੰ ਕੀਰਤਨੀਏ ਦੇ ਤੌਰ 'ਤੇ ਬੜਾ ਪਸੰਦ ਕਰ ਰਿਹਾ। ਹੁਣ ਭਾਈ ਸਾਹਿਬ ਮੈਨੂੰ ਗੱਲ ਦੱਸੋ, ਮੈਂ ਚਾਹਨਾ ਇੱਕ ਵਾਰੀ ਉਹਨਾਂ ਨਾਲ ਤੁਸੀਂ ਇੱਕ ਡਿਬੇਟ ਰੱਖੋ, ਜ਼ਰੂਰ ਰੱਖੋ। ਉਹ 10 ਰੁਪਏ ਦੇ ਵਿੱਚ ਕਿਵੇਂ ਬੱਚੇ ਨੂੰ ਪੜ੍ਹਾਓਗੇ ਯਾਰ? ਥੋੜ੍ਹਾ ਪ੍ਰਕਾਸ਼ ਤੇ ਪਾ ਦਿਓ ਯਾਰ, ਥੋੜ੍ਹਾ ਪ੍ਰਕਾਸ਼ ਤੇ ਪਾ ਦਿਓ। ਅੱਜ ਬੜੂ ਸਾਹਿਬ ਦਾ ਕਨਸੈਪਟ ਹੈ, ਜਿਹੜੇ ਤੇਜਾ ਸਿੰਘ ਜੀ ਸੀਗੇ, ਪ੍ਰਿੰਸੀਪਲ ਤੇਜਾ ਸਿੰਘ ਜੀ, ਉਹਨਾਂ ਨੇ ਬੜਾ ਸੋਹਣਾ ਖੂਬਸੂਰਤ ਉਹਨਾਂ ਨੇ ਕਿਹਾ, ਇਨਫਰਾਸਟ੍ਰਕਚਰ ਦੇ ਉੱਪਰ ਤੇ ਸੰਗਤ ਦੇ ਪੈਸੇ ਖਰਚ ਕਰੋ, ਪਰ ਉਸ ਤੋਂ ਬਾਅਦ ਫੈਕਲਟੀਜ਼ ਦੇ ਉੱਪਰ ਕਾਲਜ ਆਪ ਚਲਾਏ। ਗੱਲ ਸਮਝ ਆਉਂਦੀ ਹੈ, ਜਾਇਜ਼ ਗੱਲ ਹੈ। ਇਸ ਤਰ੍ਹਾਂ ਹੀ ਜਦੋਂ DGPC ਦੇ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਦੋਂ ਹੋਣ ਦੀ ਚਾਹੇ ਨੇ, ਤੁਸੀਂ ਇਹਨੂੰ ਬੇਸ ਰੱਖਦੇ ਨਾ। ਬੇਸਿਕਲੀ ਤੁਸੀਂ ਜਦੋਂ ਵੋਟਾਂ ਦੇ ਸਿਸਟਮ ਦੇ ਕਾਰਨ, ਮੈਂ ਤਾਂ ਅੱਜ ਵੀ ਕਹਿੰਦਾ, ਜਦੋਂ ਇੱਕ ਕਮੇਟੀ ਜਾਂਦੀ ਹੈ, ਉਸ ਕਮੇਟੀ ਦੇ ਵਿੱਚ ਘੱਟੋ ਘੱਟ ਤੁਸੀਂ ਰਾਜ ਸਭਾ ਦੀ ਤਰ੍ਹਾਂ 50 ਬੰਦੇ ਨੇ ਜਾਂ 30 ਬੰਦੇ ਨੇ, 10 ਹਟਾ ਦਿਓ। ਨਵੀਂ ਕਮੇਟੀ ਆਉਂਦੀ ਹੈ, ਜਿਸ ਸਕੂਲ ਦੇ ਵਿੱਚ ਮੈਂ ਕੰਮ ਕੀਤਾ, ਅਫਸੋਸ ਹੁੰਦਾ ਹੈ ਉਸ ਵਰਕਿੰਗ 'ਚੋਂ, ਚਲੋ ਯਾਰ ਹੋ ਸਕਦਾ ਹੈ ਮੇਰੇ ਕਾਰਨ ਤੁਹਾਨੂੰ ਦਿੱਕਤ ਹੋਵੇ, ਪਰ ਘੱਟੋ ਘੱਟ ਉਹ 10-12 ਬੰਦੇ ਗਵਰਨਿੰਗ ਬਾਡੀ ਵਾਲੇ ਪੁਰਾਣੇ ਲੈ ਕੇ ਚੱਲੋ। ਅਸੀਂ ਸਕੂਲ ਥੋੜ੍ਹੀ ਬਾੜਨੇ ਹੈ। ਉਹ ਪੁਰਾਣੇ ਬੰਦੇ ਤੀਜੇ ਸਾਲ ਦੇ ਵਿੱਚ 10 ਕੱਢ ਦਿਓ, ਚੌਥੇ ਸਾਲ ਫਿਰ 10 ਕੱਢ ਦਿਓ, 5ਵੇਂ ਸਾਲ ਤੁਹਾਡੇ ਵੀ ਤਾਂ ਉਹ 20 ਬੰਦੇ ਫਿਰ ਕੰਮ ਕਰਨਗੇ। ਐਕਚੁਅਲੀ 'ਚ ਕੀ ਹੈ ਕਿ ਅਕਾਲੀ ਦਲਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕੌਮ ਦੀ ਪੋਜ਼ਿਟਿਵ ਜਿੱਥੇ ਹੈ ਨਾ, ਉੱਥੇ ਅਸੀਂ ਅਪੋਜ਼ ਨਾ ਕਰੀਏ। ਪਰ ਜਦੋਂ ਵੈਸਟਰਨ ਇੰਟਰਸਟ ਸਾਹਮਣੇ ਆ ਜਾਂਦੇ ਆ ਨਾ, ਕਿ ਮੈਂ ਹੁਣ ਹੋਲਾ ਹੈ ਕਿ ਉਹ ਤੁਸੀਂ ਨਾਕੇਸ਼ ਵਾਲੀ ਕਥਾ ਸੁਣੀ ਹੋਏਗੀ, ਪ੍ਰਹਲਾਦ ਵਾਲੀ, ਉਹ ਮਾਂ ਦੀ ਗੋਦ ਦੇ ਵਿੱਚ ਹੁੰਦਾ ਤੇ ਉਹ ਕਹਿੰਦੀ ਕੁੱਛੜ ਜੋ ਕੱਢ ਲੈਂਦੀ ਹੈ, ਤੇਰਾ ਇੱਥੇ ਹੱਕ ਨਹੀਂ ਹੈ। ਹੁਣ ਨਾ ਗੋਦ ਖਾਲੀ ਪਈ ਹੈ, ਇੱਕ ਪੋਲੀਟੀਕਲ ਪਾਰਟੀ ਦੀ ਗੋਦ ਖਾਲੀ ਪਈ ਹੈ, ਉਹ ਥੋੜ੍ਹੀ ਨਾਰਾਜ਼ ਆ ਆਪਣੇ ਪੁੱਤਰ ਕੋਲੋਂ। ਹੁਣ ਗੋਦ ਹਰ ਲੀਡਰ ਦੇਖ ਰਿਹਾ ਇਸ ਗੋਦ ਵਿੱਚ ਕਿਵੇਂ ਬਹਿਣਾ ਹੈ। ਉਸ ਗੋਦ ਵਿੱਚ ਬਹਿਣ ਵਾਸਤੇ ਨਾ ਉਹ ਸਭ ਕੁਝ ਕਰਨ ਨੂੰ ਤਿਆਰ ਹੈ ਕਿ ਕਿਸੇ ਤਰੀਕੇ ਇਸ ਗੋਦ ਦੀ ਜਗ੍ਹਾ ਮਿਲ ਜਾਏ, ਮੈਂ ਜਾ ਕੇ ਇੱਥੇ ਬੈਠ ਸਕਾਂ। ਉਹਦੇ ਵਿੱਚ ਉਹਨੂੰ ਨਜ਼ਰ ਨਹੀਂ ਆ ਰਿਹਾ ਕਿ ਜਦੋਂ ਉਸ ਗੋਦ ਤੱਕ ਪਹੁੰਚਣ ਵਾਸਤੇ ਜਿਹੜੀ ਜਗ੍ਹਾ 'ਤੇ ਉਹ ਚੱਲ ਰਿਹਾ ਨਾ, ਉਹਦੇ ਥੱਲੇ ਲੋਕ ਬੈਠੇ, ਉਹ ਮਰ ਰਹੇ ਹੈ। ਇੱਥੇ ਸਾਡੇ ਇਸ਼ੂਜ਼ ਮਰ ਜਾਂਦੇ। ਰਸਤਾ ਕਿਹੜਾ ਅਪਣਾ ਰਿਹਾ ਗੋਦ 'ਚ ਬੈਠਣ ਦਾ? ਰਸਤਾ ਤੇ ਕੋਈ ਵੀ ਹੋ ਜਾਏ, ਲੋਕ ਤਾਂ ਥੱਲੇ ਮਰ ਹੀ ਰਹੇ ਆ ਨਾ। ਜਿਸ ਰਸਤੇ ਤੋਂ ਗੁਜ਼ਰ ਕੇ ਜਾ ਰਹੇ ਆ, ਲੋਕਾਂ ਦੀਆਂ ਆਸ਼ਾਵਾਂ ਦੇ ਉੱਪਰ ਜਾ ਰਿਹਾ ਨਾ, ਜਿਹੜੀ ਤੁਸੀਂ ਐਕਸਪੈਕਟੇਸ਼ਨ ਰੱਖਦੇ ਹੋ। ਸੋ ਇਸ ਕੰਟਰੀ ਦੇ ਵਿੱਚ ਮੁੱਦਾ ਕੈਸ਼ ਨਹੀਂ ਹੈ, ਮਨੀ ਨਹੀਂ ਹੈ, ਜਿਹੜਾ ਕਿ ਸਿਰਫ ਗੋਲਕ ਨਹੀਂ ਹੈ ਜੋ ਅਸੀਂ ਸਿਰਫ ਦੇਖਦੇ ਹਾਂ। ਬੜੇ ਮੁੱਦੇ ਨੇ, ਇਤਨੇ ਮੁੱਦੇ ਨੇ। ਔਰ ਕੰਮ ਕਰਨ ਵਾਲਾ ਬੰਦਾ 2 ਘੰਟੇ ਕੰਮ ਨਹੀਂ ਕਰੇਗਾ ਗੁਰਦੁਆਰਾ ਕਮੇਟੀ 'ਚ। ਮੇਰੇ ਵਰਗਾ ਬੰਦਾ ਅਗਰ ਪ੍ਰੈਜ਼ੀਡੈਂਟ ਹੋਏਗਾ ਨਾ, ਮੈਂ ਮਹਿਸੂਸ ਕਰਦਾ ਮੈਂ 6 ਮਹੀਨੇ ਤੇ ਗੁਰਦੁਆਰਾ ਕਮੇਟੀ ਦੇ ਸਿਸਟਮ ਦੇ ਵਿੱਚ ਇੱਕ ਕਮਰਾ ਰਹਿ ਕੇ ਕੰਮ ਕਰਾਂਗਾ, ਔਰ 6 ਮਹੀਨੇ ਦੇ ਵਿੱਚ ਟਾਈਮ ਨਹੀਂ ਮਿਲੇਗਾ ਤੁਹਾਨੂੰ। ਇਤਨੇ ਕੰਮ ਨੇ, ਤੁਹਾਡੇ ਸਕੂਲਸ ਨੇ, ਤੁਹਾਡੇ ਗੁਰਦੁਆਰੇ ਨੇ, ਤੁਹਾਡੇ ਕਾਲਜਿਸ ਨੇ, ਤੁਹਾਡੇ ਇੰਸਟੀਟਿਊਸ਼ਨਸ ਨੇ, ਤੁਹਾਡੇ ਹਸਪੀਟਲਸ ਨੇ, ਤੁਸੀਂ ਕਿਤਨਾ ਕੁਝ ਰੱਖਿਆ ਹੋਇਆ, ਪਰ ਕੁਝ ਚਲਾ ਲਓ ਬਿਹਤਰ ਤਰੀਕੇ ਦੇ ਨਾਲ, ਖੂਬਸੂਰਤ ਤਰੀਕੇ ਦੇ ਨਾਲ ਚਲਾਓ। ਪਰ ਇਸ ਵਿੱਚ ਇੱਕ ਗੱਲ ਆ ਨਾ, ਜਿਹੜੇ ਸੂਝਵਾਨ ਲੋਕ ਨੇ, ਜਿਹੜੇ ਪੜ੍ਹੇ ਲਿਖੇ ਲੋਕ ਨੇ, ਜਾਂ ਜਿਹੜੇ ਗਿਆਨਵਾਨ ਲੋਕ ਨੇ, ਜਿਹੜੇ ਸਮਝਦੇ ਨੇ ਕਿ ਇੱਕ ਪੰਥ ਦਾ ਅਸੀਂ ਕੁਝ ਭਲਾ ਕਰ ਸਕਦੇ ਹਾਂ, ਜਾਂ ਚੰਗੀ ਸੋਚ ਰੱਖਣ ਵਾਲੇ, ਉਹ ਤਾਂ ਇਲੈਕਸ਼ਨ ਜਾਣਦੇ ਨਹੀਂ। ਉਹ ਤਾਂ 1 ਰੁਪਏ ਮਿਸ਼ਨ ਚਲਾ ਰਹੇ ਨੇ। ਦੇ ਆਰ ਨਾਟ ਪੁਟਿੰਗ ਮਨੀ ਇਨ ਗੋਲਕਸ। 1 ਰੁਪਏ ਮਿਸ਼ਨ ਆਪ ਜੀ ਨੇ ਚਲਾਇਆ ਸੀ। ਬਿਲਕੁਲ ਚਲਾਇਆ ਸੀ। ਅੱਜ ਕਿਤਨਾ ਬੰਦਾ ਫੋਲੋ ਕਰਦਾ ਹੈ,
ਕਿਤਨਾ ਹੀ ਬੰਦਾ ਫੋਲੋ ਕਰਦਾ ਹੈ ਉਸ ਚੀਜ਼ ਨੂੰ, ਜਿਨ੍ਹਾਂ ਨੇ ਅਸੀਂ ਤੇ 1 ਰੁਪਏ ਮਿਸ਼ਨ ਤਦ ਵਾਸਤੇ ਕਿਹਾ ਸੀਗਾ ਕਿ 1 ਰੁਪਏ ਗੋਲਕ ਵਿੱਚ ਪਾਓ ਤੇ ਲੋਕਾਂ ਨੂੰ ਪਤਾ ਚੱਲਿਆ 1 ਰੁਪਏ ਪਾਉਣ ਵਾਲੇ ਉਹ ਬੰਦੇ ਨੇ ਜਿਹੜੇ ਆਂਦੇ ਆ ਨੇ ਪਰ ਸਾਨੂੰ ਮੈਸੇਜ ਦੇ ਕੇ ਜਾ ਰਹੇ ਨੇ। ਉਹ ਕਹਿੰਦੇ ਅਸੀਂ ਤੇ 1 ਵੀ ਨਹੀਂ ਪਾਉਂਦੇ। ਉਹ ਮੈਂ ਕਿਹਾ 1 ਨਹੀਂ ਪਾਓਗੇ ਉਹਨਾਂ ਨੂੰ ਮੈਸੇਜ ਕਿਵੇਂ ਜਾਏਗਾ। ਮੈਨੂੰ ਯਾਦ ਹੈ ਸਟਾਰਟਿੰਗ ਦੇ ਵਿੱਚ ਜਦੋਂ ਸ਼ੁਰੂ ਹੋਇਆ ਤੇ ਮੈਨੂੰ ਇੱਕ ਆਪਣਾ ਮੇਰਾ ਮਿੱਤਰ ਹੈ ਕਮੇਟੀ 'ਚ ਹੀ, ਉਹ ਮੈਨੂੰ ਕਹਿੰਦਾ 400 ਸਿੱਕੇ ਆਏ ਨੇ। ਮੈਂ ਕਿਹਾ 400 ਫਾਲੋਅਰ ਤੇ ਹੋ ਗਏ ਨਾ। ਮਤਲਬ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਤੁਹਾਨੂੰ ਇਹ ਸਮਝਣਾ ਹੈ ਜਿਸ ਜਗ੍ਹਾ ਤੇ ਤੁਸੀਂ ਪੈਸੇ ਪਾ ਰਹੇ ਹੋ ਉਸ ਜਗ੍ਹਾ ਤੇ ਪੈਸਿਆਂ ਨੂੰ ਪ੍ਰੋਪਰ ਯੂਜ਼ ਕਰਨ ਵਾਸਤੇ ਤੁਹਾਨੂੰ ਬਾਅਦ 'ਚੋਂ ਦਵਾਈਆਂ ਦੇਣੀਆਂ ਪੈਣ। ਇਹ ਅਨਫੋਰਚੂਨੇਟ ਹੈ। ਇਹ ਅਨਫੋਰਚੂਨੇਟ ਹੈ ਕਿ ਤੁਸੀਂ ਕਹੋ ਕਿ ਇਸ ਗਰੀਬ ਨੂੰ ਪੈਸੇ ਦੇਣੇ। ਅੱਜ ਦੀ ਡੇਟ ਦੇ ਵੀ ਤੁਹਾਨੂੰ ਸਮਝਣਾ ਚਾਹੀਦਾ ਕਿ ਪੈਸੇ ਦੀ ਲੋੜ ਕਿੱਥੇ ਹੈ। ਜਦ ਤੱਕ ਤੁਹਾਨੂੰ ਦੇਖੋ ਲੋੜ ਤੇ ਥੋੜ ਦੋ ਪੈਣਾ ਨੇ, ਜਿੱਥੇ ਥੋੜ ਹੈ ਨਾ ਉੱਥੇ ਲੋੜ ਹੈ। ਤੇ ਇਹਦੇ ਵਾਸਤੇ ਵੀ ਦ੍ਰਿਸ਼ਟੀ ਚਾਹੀਦੀ ਹੈ, ਪਰਖਣ ਦੀ ਦ੍ਰਿਸ਼ਟੀ ਚਾਹੀਦੀ ਹੈ। ਉਹ ਫਿਰ ਪੈਦਾ ਹੋਣੀ ਹੈ ਦਇਆ ਤੋਂ। ਗੱਲ ਫਿਰ ਦਇਆ ਤੇ ਆ ਜਾਏਗੀ। ਇਹਦੇ ਵਿੱਚ ਇੱਕ ਗੱਲ ਜੇ 1 ਰੁਪਇਆ ਆਪਾਂ ਗੋਲਕ 'ਚ ਪਾਈਏ ਤੇ 1 ਰੁਪਇਆ ਕਰਕੇ ਕਿ ਇੰਨੇ ਪੈਸੇ ਇਕੱਠੇ ਹੋ ਸਕਦੇ ਆ ਕਿ ਸਾਡੇ ਮੈਡੀਕਲ ਇੰਸਟੀਚਿਊਟ ਚੱਲਣਗੇ ਜਾਂ ਸਕੂਲ ਚੱਲਣਗੇ ਜਾਂ ਹੋਰ ਚੱਲਣਗੇ ਜਾਂ ਸਟਾਫ ਦੀ ਜਿਹੜੀ ਉਹ ਤਨਖਾਹ ਨਿਕਲੇਗੀ। ਇੱਕ ਮਿੰਟ ਦੁਬਾਰਾ ਬੋਲਣਾ। ਜਿਹੜਾ 1 ਰੁਪਇਆ ਮਿਸ਼ਨ ਹੈਗਾ, 1 ਰੁਪਇਆ ਮਿਸ਼ਨ 'ਚ ਸਾਰੇ 1-1 ਰੁਪਇਆ ਪਾਣਾ ਸ਼ੁਰੂ ਕਰ ਦਿੱਤਾ ਤੇ 1 ਰੁਪਇਆ ਮਿਸ਼ਨ ਦੇ ਉੱਪਰ ਕੀ ਸਾਡੇ ਜਿਹੜੇ ਮੈਡੀਕਲ ਇੰਸਟੀਚਿਊਟ ਨੇ ਜਾਂ ਸਕੂਲ ਨੇ ਜਾਂ ਹੋਰ ਨੇ ਉਹ ਚੱਲ ਸਕਣਗੇ। ਕਈਆਂ ਨੇ ਇਹ ਕੁਐਸਚਨ ਪੁੱਛਿਆ। ਮੈਨੂੰ ਇੱਕ ਗੱਲ ਦੱਸੋ, 300 ਸਾਲ ਤੋਂ ਗੁਰੂ ਸਾਹਿਬਾਨ ਨੇ ਜੋ ਤੁਹਾਨੂੰ ਸਿਖਾਇਆ ਉਹ ਤੁਸੀਂ ਮੰਨ ਲਿਆ? ਜੋ ਤੁਸੀਂ ਮੇਰੀ ਮੰਨ ਲਓਗੇ? ਮੇਰਾ ਸਵਾਲ ਤੇ ਹੈ, ਜੇਕਰ ਸਿੱਖਾਂ ਨੇ 300 ਸਾਲ ਤੋਂ ਗੁਰੂ ਨਹੀਂ ਮੰਨ ਲਿਆ ਹੁੰਦਾ ਤੇ ਫਿਰ ਮੇਰੇ ਵਰਗਿਆਂ ਨੂੰ ਬਕਵਾਸ ਕਰਨ ਦੀ ਲੋੜ ਨਹੀਂ ਪੈਣੀ ਸੀ। ਮਤਲਬ ਹੈ ਕਿ ਮੈਂ ਚਾਹਨਾ ਕੌਮ ਦਾ ਕੁਝ ਪੈਸਾ 2, 4, 5, 7% ਜਿਹੜੇ ਲੋਕ ਕੰਨ ਰੱਖਦੇ ਨੇ 1 ਰੁਪਏ ਮਿਸ਼ਨ ਦਾ ਕਿੰਨਿਆਂ ਨੂੰ ਪਤਾ ਹੋਣਾ, ਜਿਹੜੇ ਕੋਈ ਥੋੜ੍ਹੇ ਬਹੁਤ ਸੋਸ਼ਲ ਮੀਡੀਆ 'ਤੇ ਲੱਗੇ ਹੋਏ ਨੇ ਜਾਂ ਐਕਟਿਵ ਨੇ, ਉਹ ਤੇ ਆਪਣੇ ਫੰਡਸ ਨੂੰ ਪ੍ਰੋਪਰ ਯੂਜ਼ ਕਰ ਰਹੇ ਨੇ। ਦੈਟ ਇਜ਼ ਮੋਰ ਦੈਨ ਐਨਫ ਫॉर ਮੀ। ਮੈਂ ਨਹੀਂ ਚਾਹੁੰਦਾ ਸਾਰੀ ਕੌਮ ਕਰੇ। ਇਹ ਆਪਣੇ ਆਪ ਦੇ ਵਿੱਚ ਇੱਕ ਮੁਹਿੰਮ ਨੂੰ ਖਰਾਬ ਕਰਨ ਵਾਸਤੇ ਗੱਲ ਕਹਿ ਦਿੱਤੀ ਜਾਂਦੀ ਹੈ ਜੀ। ਸਭ ਕੁਝ ਉਵੇਂ ਹੀ ਚੱਲ ਰਿਹਾ। ਲੋਕਾਂ ਨੂੰ ਜਦੋਂ ਲੋੜ ਪਏਗੀ, ਅੱਜ ਕੀ ਸੀਗਾ ਜਦੋਂ ਕਰੋਨਾ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਰੱਬ ਨੇ ਤੁਹਾਨੂੰ ਮੈਸੇਜ ਦੇ ਦਿੱਤਾ ਤਾਂ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਕੀ ਸੀਗਾ, ਪੈਸੇ ਮੰਗੇ ਹੀ ਰਹੇ ਨਾ ਲੋਕਾਂ ਕੋਲੋਂ। ਤੁਹਾਨੂੰ ਲੋਕਾਂ ਨੇ ਪੈਸੇ ਦਿੱਤੇ ਹੀ ਹੈ। ਜਿਹੜੀ ਸੈਲਰੀਜ਼ ਹੈ ਉਹ ਉੱਥੇ ਦੇ ਉੱਥੇ ਖੜੀ ਹੈ ਲੋਕਾਂ ਦੀ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਇਹ ਸਿਰਫ ਇੱਕ ਅਵੇਅਰਨੈਸ ਵਾਸਤੇ ਹੈਗਾ ਕਿ ਲੋਕ ਜਿਹੜੇ ਆ ਉਹ ਜਾਗਰੂਕ ਵੀ ਹੋ ਜਾਣ ਤੇ ਲੋਕ ਇਹ ਵੀ ਸਮਝਣ ਕਿ ਅਸੀਂ ਆਪਣਾ ਪੈਸੇ ਦਾ ਯੂਟਿਲਾਈਜ਼ ਕਿਵੇਂ ਕਰੀਏ, ਉਸ ਨੂੰ ਚੰਗੇ ਪਾਸੇ ਕਿਵੇਂ ਲਗਾਈਏ। ਦੇਖੋ ਵੀਰ ਜੀ, ਇੱਕ ਸਿੰਪਲ ਜੀ ਗੱਲ ਹੈ। ਅਸੀਂ ਜਿਹੜੇ ਇਲਾਕੇ 'ਚ ਰਹਿੰਦੇ ਹਾਂ, ਸਾਡੇ ਮੁਸ਼ਕਿਲ ਨਾਲ ਕੋਈ ਅੱਧਾ ਕਿਲੋਮੀਟਰ ਬੀਤਦਾ ਤੇ ਗੁਰਦੁਆਰਾ ਆ ਜਾਂਦਾ। ਔਰ ਦਿੱਲੀ ਦੇ ਵਿੱਚ ਅਗਰ ਤੁਸੀਂ ਜਾਓਗੇ ਨਾ, ਅਗਰ 1000 ਗੁਰਦੁਆਰਾ ਹੈ ਨਾ, 800-900 ਦੀ ਕੰਸਟਰਕਸ਼ਨ ਚੱਲ ਰਹੀ ਹੈ। ਗੁਰੂ ਨੇ ਇਜ਼ਾਰਤ ਦੀ ਗੱਲ ਕੀਤੀ, ਇਬਾਦਤ ਦੀ ਗੱਲ ਕੀਤੀ, ਇਬਾਰਤ ਦੀ ਗੱਲ ਕੀਤੀ, ਇਮਾਰਤ ਦੀ ਗੱਲ ਤੇ ਕੀਤੀ ਨਹੀਂ ਯਾਰ। ਕਿੱਥੇ ਕੀਤੀ ਇਮਾਰਤ ਦੀ ਗੱਲ? ਤੁਹਾਨੂੰ ਹਿਰਦਿਆਂ ਦੇ ਵਿੱਚ ਇਮਾਰਤਾਂ ਬਣਾਉਣੀਆਂ ਸੀ। ਤੁਸੀਂ ਕਿਹੜੇ ਪੋਰਸ਼ਨ ਦੇ ਵਿੱਚ ਆ ਗਏ? ਤੁਸੀਂ ਮੈਨੂੰ ਇੱਕ ਹਿਸਾਬ ਲਗਾ ਕੇ ਚੱਲੋ, ਗੱਲ ਆਊਟ ਆਫ ਦਾ ਟਰੈਕ ਜਾ ਰਹੀ ਹੈ। ਜਿਤਨੇ ਵੀ ਅਸੀਂ ਇਹ ਮੈਡੀਕਲ ਸਿਸਟਮ ਦੇ ਚਲਾ ਰਹੇ ਹਾਂ ਟੈਸਟ ਵਗੈਰਾ 50% ਦੇ ਉੱਪਰ ਕੰਪਨੀਆਂ ਪਿੱਛੋਂ ਆਪਰੇਟ ਕਰ ਰਹੀਆਂ ਨੇ 3 ਜਾਂ 4। ਜਿਹੜੀਆਂ ਟੈਸਟ ਪਹਿਲੇ ਹੁੰਦੇ ਸੀਗੇ, ਤੁਸੀਂ ਆਪਣੇ ਆਪ ਨੂੰ ਨਵੇਕਲਾ ਸਿਸਟਮ ਪੈਦਾ ਕੀਤਾ। ਆਈ ਸੈਲੂਟ ਟੂ ਰਜੌਰੀ ਗਾਰਡਨ ਪੀਪਲ ਜਿਨ੍ਹਾਂ ਨੇ ਡਾਇਲਿਸਿਸ ਵਾਲਾ ਕੰਮ ਸ਼ੁਰੂ ਕੀਤਾ। ਇਹ ਹੈ ਡਿਫਰੈਂਟ ਕੰਮ। ਇੱਕ ਹੋਮਿਓਪੈਥਿਕ ਡਿਸਪੈਂਸਰੀ ਕਿਸੇ ਗੁਰਦੁਆਰੇ 'ਚ ਖੋਲ੍ਹ ਲੈਣੀ ਔਰ ਉਸ ਨੂੰ ਕਹਿਣਾ ਕਿ ਇੱਥੇ ਯਾਰ ਅੱਜ ਹੋਮਿਓਪੈਥੀ ਦੇ ਉੱਪਰ 50 ਤਰ੍ਹਾਂ ਦੇ ਹਰ ਜਗ੍ਹਾ 'ਤੇ ਬੈਠੇ ਹੋਏ। ਤੁਹਾਨੂੰ ਆਪਣੇ ਆਪ ਨੂੰ ਨਵੇਕਲੇ ਸਿਸਟਮ ਦੇ ਵਿੱਚ ਲਿਆਉਣ ਦੀ ਲੋੜ ਹੈ। ਤੁਸੀਂ ਕਿਹੜੇ ਉਹ ਸਿਸਟਮ ਦੇ ਵਿੱਚ ਪੈ ਜਾਂਦੇ ਹੋ। ਸੋ ਆਪਣੇ ਜਿਹੜੇ ਫੰਡਸ ਹੈਗੇ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਯੂਜ਼ ਕਰ ਸਕੋ। ਸੰਗਤ ਪੈਸੇ ਦੇਗੀ ਤੁਹਾਨੂੰ। ਬੇਸਿਕਲੀ ਤੁਸੀਂ ਕਸਟੋਡੀਅਨ ਹੋ, ਤੁਸੀਂ ਮਾਲਕ ਨਹੀਂ ਹੋ। ਤੁਹਾਨੂੰ ਅਪੁਆਇੰਟ ਕੀਤਾ ਗਿਆ ਤੇ ਤੁਸੀਂ ਸਭ ਤੋਂ ਪਹਿਲੇ ਦਰਦ ਸਮਝਣਾ ਲੋਕਾਂ ਦਾ। ਅੱਜ ਅਗਰ ਲੋਕ ਮਰ ਰਹੇ ਹੈ, ਅੱਜ ਅਗਰ ਲੋਕਾਂ ਕੋਲ ਜੌਬ ਨਹੀਂ ਹੈ, ਅੱਜ ਅਗਰ ਲੋਕਾਂ ਕੋਲ ਦਵਾਈ ਨਹੀਂ ਹੈ, ਤਾਂ ਦਿਸ ਇਜ਼ ਯੋਰ ਡਿਊਟੀ ਟੂ ਫੁੱਲ ਦੈਮ। ਉਹਨਾਂ ਦੀ ਰਿਕੁਆਇਰਮੈਂਟ ਨੇ ਉਹ ਪੂਰੀਆਂ ਕਰੋ। ਇਹ ਤੁਹਾਡੀ ਡਿਊਟੀ ਹੈ। ਪਰ ਜੇਕਰ ਤੁਸੀਂ ਸਮਾਜ ਦੇ ਵਿੱਚ ਅਵੇਸਲੇ ਹੋ ਗਏ ਹੋ ਤਾਂ ਘੱਟੋ ਘੱਟ 1 ਰੁਪਏ ਮਿਸ਼ਨ ਵਾਲੇ ਲੋਕ ਤੇ ਕੰਮ ਕਰ ਰਹੇ ਆ ਨਾ, ਕੁਛ ਤੇ ਕਰ ਹੀ ਰਹੇ ਆ ਨਾ। ਜੇਕਰ ਬਾਕੀ ਜਗ੍ਹਾ ਦੇ ਉੱਪਰ ਲੋਕ ਕੰਮ ਕਰ ਰਹੇ ਆ, ਆਪਣੇ ਫੰਡਸ ਦੇ ਨਾਲ ਕਰ ਰਹੇ ਆ ਨਾ, ਸਾਨੂੰ ਅਫਸੋਸ ਹੁੰਦਾ ਹੈ ਜਦੋਂ ਅਸੀਂ ਗੁਰੂ ਸਾਹਿਬ ਜਾ ਕੇ ਸਾਹਮਣੇ ਸ਼ਰਮ ਆਉਂਦੀ ਹੈ। ਨਾਲ ਪਹਿਲੀ ਮਾਫੀ ਮੰਗੀ ਦੀ ਹੈ, ਮਹਾਰਾਜ ਬਖਸ਼ ਲਈ, ਇਸ ਗੋਲਕ ਵਿੱਚ ਪੈਸੇ ਪਾਉਣ ਜੋਗਾ ਮੈਂ ਨਹੀਂ ਹਾਂ, ਮੈਂ ਨਹੀਂ ਪਾਵਾਂਗਾ, ਮੇਰਾ ਮਨ ਨਹੀਂ ਕਰਦਾ। ਠੀਕ ਹੈ, ਲੋਕ ਸਾਨੂੰ ਗਾਲਾਂ ਕੱਢਦੇ ਹੋਣਗੇ, ਕਹਿੰਦੇ ਹੋਣਗੇ, ਪਰ ਗੁਰੂ ਦੀ ਗੱਲ ਵੀ ਤੇ ਆ, ਭਾਵਨੀ ਭਗਤ ਪਾਏ ਕੋਟੀ ਅਗਰ ਭਾਗ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਤੇ ਮੈਂ ਤੇ ਗੁਰੂ ਨੂੰ ਪਾਲਣਾ ਕਰਕੇ ਮੈਂ ਤੇ ਮੰਨ ਰਿਹਾ, ਮੈਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ। ਅੱਛਾ ਭਾਈ ਸਾਹਿਬ, ਜਾਂਦੇ ਇੱਕ ਸਵਾਲ ਕਿ ਆਪ ਜੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਇਹਨਾਂ ਇਲੈਕਸ਼ਨਾਂ ਵਿੱਚ ਕਿਸ ਤਰੀਕੇ ਦੇ ਉਹ ਜਾਂ ਜਿਹੜੀਆਂ ਪਾਰਟੀਆਂ ਨੇ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸਭ ਤੋਂ ਪਹਿਲਾ ਮੈਸੇਜ ਤੇ ਹੈ ਜੀ, ਆਪਣਾ ਮੈਨੀਫੈਸਟੋ ਦੱਸੋ ਵਿਦ ਐਗਜ਼ੀਕਿਊਸ਼ਨ ਡੇਟ। ਤੁਹਾਡਾ ਮੈਨੀਫੈਸਟੋ ਕੀ ਹੈ
ਕਿਹੜਾ ਕੰਮ ਤੁਸੀਂ ਕਿਹੜੀ ਡੇਟ ਨੂੰ ਦੱਸੋਗੇ। ਇਹ ਕੋਈ ਤਰੀਕਾ ਨਹੀਂ ਹੈ 4 ਸਾਲ ਤੁਸੀਂ ਕਹੋ ਜੀ ਤੁਸੀਂ ਆ ਗਏ ਕੁਰਸੀ ਤੇ ਬੈਠ ਗਏ ਤੁਸੀਂ ਕੰਮ ਕਰ ਲਿਆ। ਦੂਸਰੀ ਆਪਣੀ ਪ੍ਰਾਇੋਰਟੀਜ਼ ਤੈਅ ਕਰੋ। ਤੀਸਰੇ ਆਪਣੇ ਮੈਂਬਰ ਦਾ ਕਿਰਦਾਰ ਬਣਾਓ। ਉਸ ਕਿਰਦਾਰ ਵਾਸਤੇ ਤੁਹਾਨੂੰ ਲੋੜ ਹੈ ਗੁਰਮਤ ਕਲਾਸਿਸ ਦੀ, ਸੰਗਤ ਨੂੰ ਲੋੜ ਨਹੀਂ ਹੈ, ਤੁਹਾਨੂੰ ਲੋੜ ਹੈ। ਸ਼ਾਰਟ ਟਰਮ ਕੋਰਸ ਚੱਲਦਾ ਹੈ ਜੀ, ਹਰਿੰਦਰਪਾਲ ਸਿੰਘ ਉੱਥੇ ਚਲਾਉਂਦਾ ਹੈ ਗੁਰਮਤ ਕਾਲਜ ਦੇ ਵਿੱਚ। ਸਭ ਤੋਂ ਪਹਿਲੀ ਗੱਲ ਤਾਂ ਰੱਖੋ, ਅਗਰ ਤੁਸੀਂ ਚਾਹੁੰਦੇ ਹੋ ਤਾਂ ਅਕਾਲ ਤਖਤ ਕੋਲ ਗੱਲ ਤੇ ਪਹੁੰਚਦੇ ਹੋ ਨਾ, ਉਹਨੂੰ ਕੋਲੋਂ ਭਾਈ ਸਾਹਿਬ ਇਹ ਜਿੰਨੀਆਂ ਨੇ ਵੀ ਇਲੈਕਸ਼ਨ ਲੜਨੀ ਹੈ ਨਾ, ਇਹਨਾਂ ਵਾਸਤੇ ਉਹ ਕੋਰਸ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਉਹ ਕੋਰਸ ਕਰ ਲਏਗਾ ਉਹ ਇਲੈਕਸ਼ਨ ਲੜੇਗਾ। ਜੇਕਰ ਤੁਹਾਡੇ 'ਚ ਹਿੰਮਤ ਹੈ ਤਾਂ ਇਹ ਗੱਲ ਕਰੋ, ਇਸ ਗੱਲ ਨੂੰ ਫੈਲਾਓ। ਉਹ ਗੁਰਮਤ ਦਾ ਕੋਰਸ ਜਾਣਨਾ ਜ਼ਰੂਰੀ ਹੈ। ਜਿਹਨੇ ਇਲੈਕਸ਼ਨ ਲੜਨੀ ਹੈ ਪਹਿਲੇ ਉਹ ਕੋਰਸ ਲਏਗਾ, ਉਹਦੇ ਕੋਲ ਸਰਟੀਫਿਕੇਟ ਹੋਏਗਾ ਤਾਂ ਉਹਨੂੰ ਪਾਰਟੀ ਟਿਕਟ ਦੇਗੀ। ਲੋ ਤਿੰਨੋਂ ਡਿਸੀਜਨ, ਤਦ ਪਤਾ ਚੱਲੇ ਨਾ ਕਿ ਤੁਸੀਂ ਗੁਰਮਤ ਦੇ ਖੜੇ ਹੋ। ਤੇ ਇਸ ਤਰੀਕੇ ਦੇ ਨਾਲ ਤੇ ਕੋਈ ਕ੍ਰਾਈਟੇਰੀਆ ਨਹੀਂ ਹੈ। ਰਾਤੋਂ ਰਾਤ ਬੰਦਾ ਆਇਆ, ਉਹਦੇ ਕੋਲ ਸਵਾਲ ਪੁੱਛੇ, ਪੈਸੇ ਹੈਗੇ ਨਹੀਂ, ਇਲੈਕਸ਼ਨ ਲੜ ਲੇਗਾ, ਟੱਕਰ ਦੇ ਦੇਗਾ। ਇਹ ਕੀ ਹੈ ਯਾਰ? ਜਿੱਥੇ ਵਰਡ ਹੀ ਲੜ ਆ ਰਿਹਾ, ਟੱਕਰ ਆ ਰਿਹਾ, ਉੱਥੋਂ ਤੁਸੀਂ ਕੀ ਵਜੂਦ ਆਏਗਾ? ਉੱਥੇ ਟਕਰਾਵ ਆਏਗਾ, ਉੱਥੇ ਕੁਝ ਨਹੀਂ ਆਏਗਾ। ਇਹ ਸਾਰੀ ਗੱਲ ਤੇ ਪਿਆਰ ਦੀ ਹੈ। ਪ੍ਰਬੰਧ ਨੂੰ ਚਲਾਉਣ ਵਾਸਤੇ ਤੁਸੀਂ ਹਰ ਚੀਜ਼ ਬੰਦ ਕਰਨ ਦੀ ਕੋਸ਼ਿਸ਼ ਕਰੋ, ਇਹ ਪੋਸੀਬਲ ਨਹੀਂ ਹੈ। ਤੁਸੀਂ ਜ਼ੁਬਾਨ ਬੰਦ ਕਰਦੇ ਹੋ, ਤੁਸੀਂ ਸਾਹਮਣੇ ਵਾਲੇ ਦੀ ਬੋਲਣਾ ਬੰਦ ਕਰਦੇ ਹੋ। ਤੁਹਾਨੂੰ ਸਭ ਤੋਂ ਪਹਿਲੀ ਗੱਲ ਹੈ ਕਿ ਲੋਕਾਂ ਦਾ ਨਾ, ਮੈਨੂੰ ਗੱਲ ਦੱਸੋ, ਪਿਛਲੇ 6 ਸਾਲਾਂ ਦੇ ਵਿੱਚ ਤੁਸੀਂ ਇੱਕ ਵੀ ਅੰਮ੍ਰਿਤ ਸੰਚਾਰ ਦੇਖਿਆ? ਮੈਂ ਕੱਲ੍ਹ ਇੱਕ ਪ੍ਰਚਾਰਕ ਨੂੰ ਸੁਣ ਰਿਹਾ ਸੀ, ਬੜੀ ਕਮਾਲ ਦੀ ਗੱਲ ਉਹਨੇ ਕਹੀ ਕਿ ਗੁਰੂ ਸਾਹਿਬਾਨ ਨੇ ਤੁਹਾਨੂੰ ਬੀਬੀ ਨੂੰ ਤੇ ਆਦਮੀ ਨੂੰ ਇੱਕੋ ਬਣਾਤਾ। ਖਾਲਸਾ ਬਣਾਇਆ, ਖਾਲਸੀ ਤਾਂ ਨਹੀਂ ਬਣਾਈ ਨਾ, ਕੰਗੀ ਨਹੀਂ ਬਣਾ ਦਿੱਤੀ ਨਾ, ਕੰਗਾ ਦਿੱਤਾ, ਦੋਨਾਂ ਨੂੰ ਦਿੱਤਾ, ਕਛਹਿਰਾ ਦਿੱਤਾ। ਮੈਂ ਅੱਗੇ ਨਹੀਂ ਜਾਣਾ ਚਾਹੁੰਦਾ, ਠੀਕ ਹੈ। ਹੁਣ ਕੜਾ ਦਿੱਤਾ, ਕੜੀ ਨਹੀਂ ਦਿੱਤੀ, ਚੂੜੀ ਨਹੀਂ ਦਿੱਤੀ। ਇਸ ਕਰਕੇ ਗੁਰੂ ਸਾਹਿਬਾਨ ਨੇ ਤੁਹਾਨੂੰ ਇੱਕ ਰੂਪ ਦਿੱਤਾ ਹੈ। ਜੇਕਰ ਤੁਹਾਨੂੰ ਇੱਕ ਰੂਪ ਦਿੱਤਾ ਹੈ ਤਾਂ ਤੁਸੀਂ ਉਸ ਅੰਮ੍ਰਿਤ ਸੰਚਾਰ ਦੀ ਪਿਛਲੇ 6 ਸਾਲਾਂ ਵਿੱਚ ਗੱਲ ਵੀ ਕੀਤੀ ਹੈ? ਕਿਸੇ ਸਟੇਜ ਤੋਂ ਤੁਹਾਨੂੰ ਗੱਲ ਹੋਈ ਹੋਵੇ ਤਾਂ ਦੱਸ ਦਿਓ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਦੁਖਦਾਈ ਹੈ। ਜਦੋਂ ਤੁਸੀਂ ਆਪਣੀ ਬੁਨਿਆਦ ਤੋਂ ਹੀ ਦੂਰ ਹੋ ਜਾਓਗੇ ਨਾ, ਤਾਂ ਸੱਚ ਤੋਂ ਤਾਂ ਵੈਸੇ ਹੀ ਦੂਰ ਹੋ ਜਾਓਗੇ। ਸੋ ਲੋੜ ਹੈ, ਅਗਰ ਤੁਸੀਂ ਚੰਗੇ ਪ੍ਰਬੰਧਕ ਚਾਹੁੰਦੇ ਹੋ ਤੇ ਮੇਰੀ ਆਵਾਜ਼ ਸਮਝ ਰਹੇ ਹੋ, ਤੁਹਾਡੇ ਥਰੂ ਜਿਹੜੀ ਪਹੁੰਚ ਰਹੀ ਹੈ, ਤੇ ਸਭ ਤੋਂ ਪਹਿਲੀ ਗੱਲ ਹੈ ਗੁਰਮਤ ਦਾ ਕੋਰਸ ਬੜਾ ਜ਼ਰੂਰੀ ਹੈ। ਜਿਹੜੇ ਬੰਦਿਆਂ ਦੇ ਵਿੱਚ ਸ਼ਾਇਦ ਉਹਦੇ ਮਨ ਦੇ ਵਿੱਚ ਕਿਤੇ ਨਾ ਕੋਨੇ ਤੇ ਕੋਈ ਨਾ ਕੋਈ ਬੰਦਾ ਬੈਠਾ ਹੁੰਦਾ ਹੈ, ਉਹ ਜਾਗ ਪਵੇ, ਉਹਦੇ ਮਨ ਦੇ ਵਿੱਚ ਤਰਸ ਆ ਜਾਵੇ ਕਿ ਨਹੀਂ ਯਾਰ ਮੈਂ ਗੁਰੂ ਨੂੰ ਸਮਰਪਿਤ ਹਾਂ। ਦੂਸਰਾ, ਆਪਣੀ ਪਾਰਟੀਆਂ ਦੇ ਤਿੰਨੋਂ ਬੈਠ ਕੇ ਲੜਨਾ ਤੇ ਤੁਸੀਂ ਹੈ। ਪਿੱਛੇ ਇਲੈਕਸ਼ਨ ਕਮੇਟੀ ਦੇ ਵੀ ਤਿੰਨੋਂ ਬੈਠੇ ਹੋਏ ਸੀ ਇਕੱਠੇ ਉਹਦੇ ਆਫਿਸ ਦੇ ਵਿੱਚ। ਦੁਬਾਰਾ ਤਿੰਨੋਂ ਬੈਠੋ, ਤੈਅ ਕਰੋ ਇਸ ਇਲੈਕਸ਼ਨ ਦੇ ਵਿੱਚ ਇਹ ਇਲੈਕਸ਼ਨ ਦੀ ਲਿਮਿਟ ਹੈ। ਤੁਹਾਡੀਆਂ ਪੇਟ ਵੀ ਘੱਟ ਹੋ ਜਾਣਗੇ, ਤੁਰੋ ਬਜਾਏ ਕਿ ਪ੍ਰਚਾਰ ਕਰਨ ਦੇ। ਹੱਥ ਦੇ ਵਿੱਚ ਸਿਰਫ ਪਰਚੇ ਰੱਖੋ, 5 ਜਾਂ 7 ਵਲੰਟੀਅਰ ਰੱਖੋ, ਗਲੀ ਗਲੀ ਜਾਓ, ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਦੱਸੋ। ਇਤਨੀ ਪੋਸਟਰ ਇਸ਼ਤਿਹਾਰਬਾਜ਼ੀ ਨਾ ਕਰੋ, ਲੋਕ ਤੁਹਾਨੂੰ ਦੇਖਣ ਕਿ ਤੁਸੀਂ ਨਮੂਜ਼ ਕੱਢ ਰਹੇ ਹੋ, ਜਲੂਸ ਕੱਢ ਰਹੇ ਹੋ ਲੋਕਾਂ ਦਾ। ਜਿਹੜਾ 20-25 ਲੱਖ ਰੁਪਏ ਤੁਸੀਂ ਲਗਾਉਣਾ ਹੈ ਨਾ, ਉਹ 20-25 ਲੱਖ ਰੁਪਏ ਤੁਸੀਂ ਲੋਕਾਂ ਦੀਆਂ ਜੌਬਸ 'ਤੇ ਕੰਮ ਕਰੋ, ਲੋਕਾਂ ਦੀਆਂ ਕੋਰਸਿਸ ਕਰਾਉਣ ਦੇ ਉੱਪਰ ਕੰਮ ਕਰੋ। ਕੁਝ ਇਸ ਤਰੀਕੇ ਦੀ ਸਿਸਟਮ ਬਣਾਓ ਜਿਹਦੇ ਵਿੱਚ ਉਹਨਾਂ ਨੂੰ ਜੌਬ ਮਿਲ ਸਕੇ। ਕਿਸੇ ਬੰਦੇ ਦੀ ਇੰਸ਼ੋਰੈਂਸ ਕਰਾ ਦਿਓ, ਉਹ ਪੈਸੇ ਜਿਹੜੇ ਖਰਚ ਕਰਨੇ, ਇਹ ਲੋੜ ਹੈ ਕਰਨ ਦੀ। ਸੋ ਇਹ ਸਨ ਸਰਦਾਰ ਦਰਸ਼ਨ ਸਿੰਘ ਜੀ, ਜਿਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਉੱਪਰ ਆਪਣੇ ਵਿਚਾਰ ਰੱਖੇ ਨੇ, ਸੰਗਤ ਨੂੰ ਵੀ ਅਵੇਅਰ ਕੀਤਾ ਹੈ। ਤੇ ਨਾਲ ਦੇ ਨਾਲ ਜਿਹੜਾ ਉਹ ਕਿਰਦਾਰ ਦੀ ਗੱਲ ਜਿਹੜੀ ਉਹ ਬਾਰ-ਬਾਰ ਕਰ ਰਹੇ ਨੇ ਕਿ ਕਿਰਦਾਰ ਜਿਹੜਾ ਉਹ ਹੋਣਾ ਚਾਹੀਦਾ, ਤੇ ਕਿਰਦਾਰ ਬਣੇਗਾ ਗੁਰਬਾਣੀ ਦੇ ਰਾਹੀਂ। ਜਦ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ, ਜਾਂ ਸਾਡੇ ਜਿਹੜੇ ਲੀਡਰ ਨੇ ਜੇ ਉਹ ਗੁਰਬਾਣੀ ਖੁਦ ਪੜ੍ਹਨਗੇ, ਵਿਚਾਰਨਗੇ, ਉਹਨਾਂ ਦੇ ਅੰਦਰ ਉਹ ਕਿਰਦਾਰ ਪੈਦਾ ਹੋਣਾ ਚਾਹੀਦਾ, ਤੇ ਉਹ ਕਿਰਦਾਰ ਹੀ ਜਿਹੜਾ ਹੈ ਉਹ ਸਿੱਖ ਕੌਮ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਸੋ ਇਸ ਸਰਦਾਰ ਦਰਸ਼ਨ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪ੍ਰਵਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। सत श्री अकाल जी, मेरा नाम गुरजीत सिंह है and we are located in Khan Market, Delhi. We are a high-end electronic gadget store with IT and surveillance. We have a team of 35 dedicated people and we are authorized for more than 60 international brands, which includes Nespresso, Dyson, Devyale, Bose, Apple, Blue Air, Honeywell, to name few of our customers. Big corporate houses, business people, ਇੰਡਸਟਰੀਲਿਸਟ, ਪੋਲੀਟੀਸ਼ੀਅਨਸ, ਦੇ ਆਰ ਆਲ ਆਵਰ ਕਸਟਮਰਸ। ਸਾਡੇ ਕੋਲ 5000 ਤੋਂ ਜ਼ਿਆਦਾ ਸੈਟੀਸਫਾਈਡ ਕਸਟਮਰਸ ਹੈਗੇ ਨੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਮੈਂ ਔਰ ਮੇਰੀ ਟੀਮ ਇਹਨਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਇੰਡੀਆ ਦੇ ਅੰਦਰ ਬੈਸਟ ਟੂ ਬੈਸਟ ਪ੍ਰੋਡਕਟਸ ਔਰ ਬੈਸਟ ਟੂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।